ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਦੁਨੀਆਦਾਰੀ ਚੱਲ ਰਹੀ ਹੈ, ਸਰਕਾਰਾਂ ਬਣ ਰਹੀਆਂ ਨੇ, ਸਰਕਾਰਾਂ ਜਾ ਰਹੀਆਂ ਨੇ, ਆ ਰਹੀਆਂ ਨੇ, ਰਾਜਨੀਤੀ ਗਰਮਾਈ ਹੋਈ ਆ। ਆਪਾਂ ਇੱਕ ਨਿਵੇਕਲਾ ਜਿਹਾ ਪ੍ਰੋਗਰਾਮ ਲੈ ਕੇ ਇਹਨਾਂ ਚੀਜ਼ਾਂ ਤੋਂ ਹਟ ਕੇ ਆਏ ਹਾਂ। ਕੁਦਰਤ ਆਪਣੇ ਅੰਦਰ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਪਤਾ ਨਹੀਂ ਲੱਗਦਾ ਆਪਾਂ ਨੂੰ ਕਿ ਆਪਾਂ ਚਾਹੁੰਦੇ ਕੁਛ ਹੋ ਰਿਹਾ। ਆਪਣਾ ਜਿਹੜਾ ਮਨ ਹੈ ਉਹ ਅੰਤਰਿਮ ਮਨ ਦੇ ਵਿੱਚ ਆਪਾਂ ਚਾਹੁੰਦੇ ਹੁੰਦੇ ਆਪਦੀ ਮੰਜ਼ਿਲ ਵੱਲ ਵਧਣਾ, ਪਰ ਕੁਦਰਤ ਤੁਹਾਡੇ ਨਾਲ ਕੁਛ ਹੋਰ ਗੇਮ ਕਰਕੇ ਤੁਹਾਡੇ ਨਾਲ ਹੋਰ ਕਿਸੇ ਮੰਜ਼ਿਲ 'ਤੇ ਪਹੁੰਚਾ ਦਿੰਦੀ ਹੈ। ਜੇ ਆਪਾਂ ਅੰਤਰਿਤ ਮਨ ਦੀ ਗੱਲ ਕਰੀਏ ਤਾਂ ਬਹੁਤ ਗੱਲਾਂ ਇੱਦਾਂ ਦੀਆਂ ਹੋ ਜਾਂਦੀਆਂ ਜਿੱਦਾਂ ਕਿ ਬੜੇ ਸਟਰੋਂਗ ਮਨ ਨਾਲ ਆਪਾਂ ਕੋਈ ਟੀਚਾ ਲੈ ਕੇ ਚੱਲਦੇ ਹਾਂ। ਆਪਾਂ ਨੂੰ ਪਤਾ ਵੀ ਹੁੰਦਾ ਕਿ ਮੰਜ਼ਿਲ ਸਰ ਕਰ ਲੈਣੀ ਆ, ਪਰ ਪਤਾ ਉਦੋਂ ਲੱਗਦਾ ਕਿ ਕੋਈ ਬਹੁਤ ਵੱਡੀ ਵਿਆਧੀ ਜਾਂ ਕੋਈ ਉਹਦੇ ਵਿੱਚ ਅੜਚਨ ਆਈ ਅਤੇ ਉਸ ਤੋਂ ਬਾਅਦ ਅਸੀਂ ਨਿੱਠਰ ਗਏ ਅਤੇ ਅਸੀਂ ਕਿਸੇ ਹੋਰ ਰਾਹ ਵੱਲ ਪੈ ਗਏ। ਅਤੇ ਬਾਅਦ 'ਚ ਪਤਾ ਲੱਗਦਾ ਕਿ ਜਿਹੜਾ ਹੋਰ ਰਾਹ ਪਿਆ ਉਹ ਬਹੁਤ ਵਧੀਆ ਸੀਗਾ, ਬਹੁਤ ਚੰਗਾ ਸੀਗਾ। ਉਸ ਤੋਂ ਬਾਅਦ ਫਿਰ ਆਪਾਂ ਕਹਿੰਦੇ ਹਾਂ ਕਿ ਉਸ ਸੈਲਿਊਟ ਕਰਦੇ ਉਸ ਕਾਦਰ ਦੀ, ਕੁਦਰਤ ਨੂੰ, ਜਿਹੜੇ ਆਪਣੇ ਉੱਧਰ ਨੂੰ ਲੈ ਜਾਂਦੇ ਔਰ ਆਪਣੇ ਬਾਡੀ ਪਾਰਟ ਵੀ ਰਿਐਕਟ ਕਰਦੇ ਨੇ ਕੁਦਰਤ ਦੇ ਨਾਲ। ਜੇ ਆਪਾਂ ਕਿਸੇ ਵੀ ਗੱਲ ਵੱਤ 'ਤੇ ਆਪਾਂ ਝਾਤ ਮਾਰ ਲਈਏ ਤਾਂ ਆਪਾਂ ਨੂੰ ਇਹ ਲੱਗਦਾ ਕਿ ਯਾਰ ਨਹੀਂ, ਮੇਰੀ ਮੰਜ਼ਿਲ ਕੁਛ ਹੋਰ ਸੀ ਪਰ ਮੈਂ ਹੋਰ ਕਿਸੇ ਪਾਸੇ ਵੱਲ ਤੁਰ ਪਿਆ। ਪਰ ਦੈਨ ਅਗੇਨ ਜੋ ਆਪਣੇ ਨਾਲ ਫਿਜ਼ੀਕਲੀ ਜਾਂ ਉਹ ਆਪਣੇ ਨਾਲ ਹੋਰ ਦੁਨੀਆ ਦੇ ਚੱਲਦੇ ਦਿਨਾਂ ਦੇ ਵਿੱਚ ਜੋ ਆਪਣੀ ਲਾਈਫ ਦੇ ਵਿੱਚ ਵਿਚਰਦਾ ਆ ਜਾਂ ਕੋਈ ਬੰਦੇ ਮਿਲਦੇ ਆ, ਉਸ ਤੋਂ ਬਾਅਦ ਤੁਹਾਨੂੰ ਇੱਕ ਪਤਾ ਲੱਗਦਾ ਕਿ ਨਹੀਂ, ਇਹ ਵੀ ਜ਼ਰੂਰੀ ਸੀ। ਦਰਸ਼ਕ, ਮੈਂ ਕਿਉਂ ਗੱਲਾਂ ਕਰ ਰਿਹਾ ਕਿਉਂਕਿ ਆਪਣੇ ਨਾਲ ਇੱਕ ਬਹੁਤ ਹੀ ਮੁਅੱਜ਼ਜ਼ ਮਹਿਮਾਨ ਜੁੜੇ ਹੋਏ ਨੇ। ਸਾਰੀਆਂ ਗੱਲਾਂ 'ਤੇ ਝਾਤ ਪਾਉਣੇ ਕਿ ਕਿੱਦਾਂ ਤੁਹਾਡੇ ਬਾਡੀ ਪਾਰਟ ਰਿਐਕਟ ਕਰਦੇ ਨੇਚਰ ਦੇ ਨਾਲ, ਕੁਦਰਤ ਦੇ ਨਾਲ, ਅਤੇ ਉਸ ਤੋਂ ਬਾਅਦ ਤੁਹਾਡੇ ਨਾਲ ਕੀ ਮੋਰੇ ਹੋਰ ਕੀ ਵਾਪਰਦਾ ਅਤੇ ਕਿਉਂ ਵਾਪਰਦਾ ਹੈ। ਉਹਦੇ ਉੱਤੇ ਕਈ ਲੇਖ ਵੀ ਇਸ ਸਾਡੇ ਮੁਅੱਜ਼ਜ਼ ਮਹਿਮਾਨ ਨੇ ਲਿਖੇ ਆ। ਵੈਸੇ ਪੇਸ਼ੇ ਵਜੋਂ ਇਹ ਪ੍ਰੋਫੈਸਰ ਨੇ ਫਿਜ਼ਿਕਸ ਦੇ ਕਲੀਵਲੈਂਡ ਯੂਨੀਵਰਸਿਟੀ ਓਹਾਇਓ ਦੇ ਵਿੱਚ, ਪਰ ਉੱਦਾਂ ਜੇ ਦੇਖੀਏ ਤਾਂ ਬਹੁਤ ਵਧੀਆ ਇੱਕ ਸਾਈਕੋਲੋਜਿਸਟ ਵੀ ਬਣ ਸਕਦੇ ਹੈ। ਮੈਂ ਇਹਨਾਂ ਦੇ ਲੇਖ ਬਹੁਤ ਚਿਰਾਂ ਤੋਂ ਪੜ੍ਹਦਾ ਆ ਰਿਹਾ। ਬਹੁਤ ਨਜ਼ਮਾਂ ਇਹਨਾਂ ਦੀਆਂ ਬਹੁਤ ਵਧੀਆ ਲਿਖੀਆਂ ਹੁੰਦੀਆਂ, ਪਰ ਬਹੁਤ ਟਾਈਮ ਲੱਗਦਾ, ਜਿੱਦਾਂ ਤੁਸੀਂ ਸਾਰੇ ਜਾਣਦੇ ਹੋ, ਕਿ ਇਹਦਾ ਮਤਲਬ ਕੀ ਹੈ, ਚਾਹੁੰਦੇ ਕੀ ਹੈ, ਕਹਿਣਾ ਕੀ ਜਾ ਰਿਹਾ, ਅਤੇ ਐਟਲੀਸਟ ਤੁਹਾਡੇ ਮਨ ਨੂੰ ਅੰਦਰੋਂ ਟੁੰਬ ਜਾਂਦਾ ਹੈ। ਮੇਰੇ ਕਹਿਣ ਤੋਂ ਭਾਵ ਸਾਡੇ ਮੁਅੱਜ਼ਜ਼ ਮਹਿਮਾਨ ਡਾਕਟਰ ਗੁਰਬਖਸ਼ ਸਿੰਘ ਪੰਡਾਲ ਉਚੇਚੇ ਤੌਰ 'ਤੇ ਸਾਡੇ ਨਾਲ ਜੁੜੇ ਹੋਏ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਾਡੇ ਓਪਨ ਪਲੇਟਫਾਰਮ ਪ੍ਰੋਗਰਾਮ 'ਤੇ ਅਤੇ ਜਸ ਪੰਜਾਬੀ ਦੇ ਮੰਚ 'ਤੇ। ਗੁਰਲਾਲ ਜੀ, ਜਸ ਪੰਜਾਬੀ ਨਾਲ ਜੁੜੇ ਹੋਏ ਸਮੂਹ ਪੰਜਾਬੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ। ਔਰ ਤੁਸੀਂ ਪੰਜਾਬੀ ਮਾਂ ਬੋਲੀ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ, ਸੋ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਜੀ। ਜੀ ਡਾਕਟਰ ਸਾਹਿਬ, ਸ਼ੁਕਰੀਆ। ਡਾਕਟਰ ਸਾਹਿਬ, ਪਹਿਲਾਂ ਤਾਂ ਮੈਂ ਜਿਹੜਾ ਆਮ ਲੋਕਾਂ ਦੀਆਂ ਜਿਹੜੀਆਂ ਇੱਥੇ ਦਰਸ਼ਕਾਂ ਦੀਆਂ ਜਿਹੜੀ ਟਿੱਪਣੀਆਂ ਸਾਰਿਆਂ ਤੋਂ ਵੱਡੀ ਇੱਕ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਅਤੇ ਕੁਛ ਤੁਹਾਡੇ ਤੋਂ ਪੁੱਛਣਾ ਵੀ ਚਾਹੁੰਦਾ। ਤੁਸੀਂ ਸਾਰੇ ਦਰਸ਼ਕਾਂ ਨੂੰ ਦੱਸੋ ਕਿ ਪੰਜਾਬ ਟਾਈਮ ਲੈ ਲਈਏ ਜਾਂ ਕੋਈ ਹੋਰ ਲੈ ਲਈਏ ਜਿੱਥੇ ਤੁਹਾਡੇ ਲੇਖ ਹੁੰਦੇ, ਤੁਹਾਡੀਆਂ ਨਜ਼ਮਾਂ ਹੁੰਦੀਆਂ, ਖਾਸ ਕਰਕੇ ਜੇ ਗੱਲ ਕਰੀਏ ਤਾਂ ਇੱਕ ਨਹੀਂ, ਦੋ ਨਹੀਂ, 3 ਵਾਰ ਪੜ੍ਹਨ 'ਤੇ ਸਮਝ ਆਉਂਦੀ ਕਿ ਤੁਸੀਂ ਕਹਿਣਾ ਕੀ ਚਾਹ ਰਹੇ ਹੋ। ਠੀਕ ਹੈ, ਉਹ ਦਰਸ਼ਕ ਇਹ ਪੁੱਛਣਾ ਚਾਹੁੰਦੇ ਕਿ ਕੁਛ ਈਜ਼ੀ ਹੋ ਸਕਦਾ ਜਾਂ ਫਿਰ ਤੁਹਾਡੀ ਜਿਹੜੀ ਸ਼ਬਦਾਵਲੀ ਇੱਦਾਂ ਦੀ ਆ, ਕਿਸੇ ਨਾ ਕਿਸ ਤਰ੍ਹਾਂ ਬੜੇ ਡੂੰਘੇ ਲੋਕ ਉਸ ਚੀਜ਼ ਨੂੰ ਪਹੁੰਚਦੇ, ਟੁੰਬਦੇ ਆ ਕਿ ਹਾਂ ਡਾਕਟਰ ਸਾਹਿਬ ਆਹ ਕਹਿਣਾ ਚਾਹ ਰਹੇ ਆ। ਕੀ ਕਹੋਗੇ ਇਹਦੇ ਉੱਤੇ? ਦਰਅਸਲ ਜੀ, ਮੈਨੂੰ ਇਹ ਤੁਹਾਡਾ ਕੁਐਸਚਨ ਬਹੁਤ ਵਧੀਆ ਕੁਐਸਚਨ ਹੈ ਔਰ ਇਹ ਕੁਐਸਚਨ ਅਕਸਰ ਪਾਠਕ ਮੇਰੇ ਨਾਲ ਕਰਦੇ ਨੇ, ਪਰ ਬਹੁਤ ਪਾਠਕ ਇਸ ਤਰ੍ਹਾਂ ਦੇ ਨੇ ਜਿਹੜੇ ਇਸ ਰਚਨਾ ਵਿੱਚੋਂ ਜਾਂ ਮੇਰੇ ਕਾਵ ਜਿਹੜੀ ਹੈਗੀ ਵਾਰਤਕ ਹੈ ਉਹਦੇ ਵਿੱਚੋਂ ਜ਼ਿੰਦਗੀ ਦੀ ਸੇਧ ਜਿਹੜੀ ਹੈ ਉਹ ਲੈਂਦੇ ਨੇ। ਦਰਅਸਲ ਮੈਂ ਲਿਖਣ ਵਾਸਤੇ ਨਹੀਂ ਲਿਖਦਾ ਜੀ। ਇੱਕ ਗੱਲ, ਮੈਂ ਲਿਖਣ ਵਾਸਤੇ ਨਹੀਂ ਲਿਖਦਾ, ਮੈਂ ਪੜ੍ਹਦਾ ਬਹੁਤ ਹੈ, ਮੇਰਾ ਸ਼ੌਕ ਹੈ ਪੜ੍ਹਨਾ, ਔਰ ਮੇਰੇ ਅਵਚੇਤਨ ਦੇ ਵਿੱਚ ਕੋਈ ਗੱਲ ਜਿਹੜੀ ਉਹ ਚੱਲਦੀ ਰਹਿੰਦੀ ਹੈ, ਮਾਰਕੀਟ ਇਨ ਸਬਕੌਂਸ਼ੀਅਸ ਮਾਈਂਡ। ਔਰ ਜਦੋਂ ਮੇਰੇ ਫਲੋ ਆ ਜਾਂਦਾ ਹੈਗਾ, ਫਿਰ ਮੈਂ ਇਹ ਆਰਟੀਕਲ ਸਿਰਫ ਤੇ ਸਿਰਫ 1.5 ਜਾਂ 2 ਘੰਟੇ ਵਿੱਚ ਮੈਂ ਲਿਖਦਾ ਹੈਗਾ। ਇਟ ਇਜ਼ ਸਿੰਗਲ, ਇਟ ਵਿਲ ਬੀ ਇਨ ਇੱਕ ਸਿੰਗਲ ਸਿਟਿੰਗ ਦੇ ਵਿੱਚ ਇਹ ਸਾਰਾ ਇਹ ਚੱਲਦਾ ਹੈ, ਜਿਹੜਾ ਮੇਰੇ ਮਨ ਦੇ ਵਿੱਚ ਇਹ ਪ੍ਰੋਸੈਸ ਆਰਟੀਕਲ ਲਿਖਣ ਦਾ ਚੱਲਦਾ ਹੈ। ਔਰ ਮੈਂ ਜਦੋਂ ਵੀ ਕੋਈ ਵੀ ਆਰਟੀਕਲ ਲਿਖਦਾ ਤਾਂ ਮੈਨੂੰ ਉਹਦਾ ਇਹ ਹੁੰਦਾ ਕਿ ਇਹਦਾ ਮਤਲਬ ਕੀ ਹੈ, ਔਰ ਇਹਦੇ ਜਿਹੜੇ ਬਹੁਤ ਪੱਖੀ ਪਾਸਾਰ ਕਿਹੜੇ ਨੇ, ਔਰ ਇਹਦੇ ਪੋਜ਼ਿਟਿਵ ਅਸਰ ਕਿਹੜੇ ਨੇ, ਇਹਦੇ ਨੈਗੇਟਿਵ ਅਸਰ ਕਿਹੜੇ ਨੇ, ਔਰ ਇਹਦੇ ਨਾਲ ਜਿਹੜਾ ਮਨੁੱਖੀ ਸ਼ਖਸੀਅਤ ਹੈ, ਸਾਡਾ ਆਲਾ ਦੁਆਲਾ ਹੈ, ਸਾਡਾ ਸਮਾਜ ਹੈ, ਉਹਨੇ ਕਿਸ ਤਰ੍ਹਾਂ ਪ੍ਰਭਾਵਿਤ ਹੋਣਾ ਹੈ। ਕਿਉਂਕਿ ਇਹ ਜਿੰਨੇ ਵੀ ਮੇਰੇ ਆਰਟੀਕਲ ਨੇ ਇਹ ਮਨੁੱਖ ਦੇ ਆਲੇ ਦੁਆਲੇ ਘੁੰਮਦੇ ਨੇ ਕਿ ਮਨੁੱਖ ਨੂੰ ਇੱਕ ਵਧੀਆ ਮਨੁੱਖ ਬਣਾਉਣ ਵਾਸਤੇ, ਤੇ
ਕੁਦਰਤ ਦੇ ਨਾਲ ਵੀ ਇੱਕ ਸਾਥਤਾ ਪੈਦਾ ਰੱਖੇ, ਆਪਣੇ ਸਮਾਜਿਕ ਰਿਸ਼ਤਿਆਂ ਵਿੱਚ ਵੀ ਪੂਰੀ ਉਹ ਆਪਣਾ ਇੱਕ ਸੰਤੁਲਨ ਬਣਾ ਕੇ ਰੱਖੇ, ਔਰ ਜ਼ਿੰਦਗੀ ਪ੍ਰਤੀ ਉਸਦਾ ਨਜ਼ਰੀਆ ਜਿਹੜਾ ਹੈ ਉਹ ਉਸਾਰੂ ਹੋਣਾ ਚਾਹੀਦਾ ਹੈਗਾ। ਔਰ ਮੇਰੇ ਲੇਖ ਦਾ ਜਿਹੜਾ ਤੁਸੀਂ ਨੋਟ ਕਰੋ ਕਿ ਹਰ ਲੇਖ ਦਾ ਜਿਹੜਾ ਸਟਾਰਟ ਹੈ, ਉਹ ਲੇਖ ਜਿਹੜਾ ਟੌਪਿਕ ਹੈ ਉਹਦੀ ਵਿਸਥਾਰ ਹੋਏਗਾ ਕਿ ਉਹ ਮਤਲਬ ਕੀ ਹੈ, ਉਹਦਾ ਕੀ ਹੈ, ਕਿਸ ਤਰ੍ਹਾਂ ਦੇ ਉਹਦੇ ਕਿਹੜੇ ਕਿਹੜੇ ਪੱਖ ਨੇ। ਇਸ ਹਫ਼ਤੇ ਦਾ ਜਿਹੜਾ ਇੱਕ ਆਰਟੀਕਲ ਲਿਖਿਆ ਸੀ ਕਿ ਛਿਣ ਭੰਗਤਾ ਦੀ ਚਾਨਣ ਚੀਤ, ਕਿ ਇੱਕ ਛਿਣ ਹੁੰਦਾ ਹੈ ਜਦੋਂ ਬੰਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ, ਉਹਦੀ ਕੋਈ ਕਲਾ ਹੈ, ਉਹਦਾ ਵਿੱਚ ਕਿਰਤ ਹੈ, ਜਾਂ ਕਿਸ ਤਰ੍ਹਾਂ ਦਾ ਹੈਗਾ ਇੱਕ ਵਿਚਾਰ ਹੈ, ਔਰ ਵਿਚਾਰ ਵਿੱਚੋਂ ਹੀ ਬੰਦੇ ਮੈਂ ਆ ਰਿਹਾ ਉੱਤੇ ਜੀ, ਉਸ ਮੈਂ ਪੜ੍ਹਿਆ ਉਹ ਲੇਖ, ਮੈਂ ਉੱਤੇ ਆ ਰਿਹਾ। ਡਾਕਟਰ ਸਾਹਿਬ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ, ਮੈਂ ਇੱਕ ਤੁਹਾਡਾ ਪੜ੍ਹਿਆ ਸੀਗਾ ਇੱਕ ਚੀਜ਼ ਜਿੱਥੇ ਲੇਖ ਦੇ ਵਿੱਚ ਕਿ ਸਾਡੇ ਬੋਡੀ ਪਾਰਟ ਰਿਐਕਟ ਕਰਦੇ ਕੁਦਰਤ ਨਾਲ, ਜਾਂ ਕੁਦਰਤ ਰਿਐਕਟ ਕਰਦੀ ਹੈ ਬੋਡੀ ਪਾਰਟ ਨਾਲ, ਉਹਦੇ ਉੱਤੇ ਥੋੜਾ ਜਿਹਾ ਚਾਨਣਾ ਪਾਉਂਗੇ ਜੀ? ਗੁਲਾਲ ਜੀ, ਮੈਂ ਪਹਿਲੋਂ ਮੇਰਾ ਇੱਕ ਕਿਤਾਬ ਆਈ ਸੀ ਘਰ ਅਰਦਾਸ ਕਰੇ ਜੀ, ਉਹ ਘਰ ਬੰਦੇ ਨੂੰ ਕਿੱਦਾਂ, ਘਰ ਵਾਲਿਆਂ ਨਾਲ ਕਿੱਦਾਂ ਮੁਖਾਤਬ ਹੁੰਦਾ ਹੈ, ਕਮਰਾ ਬੰਦੇ ਨਾਲ ਕਿੱਦਾਂ ਸੰਵਾਦ ਰਚਾਉਂਦਾ ਹੈ, ਬੂਹੇ ਕਿਸ ਤਰ੍ਹਾਂ ਸੰਵਾਦ ਰਚਾਉਂਦਾ ਹੈ, ਫਿਰ ਕੰਧਾਂ ਕਿਸ ਤਰ੍ਹਾਂ ਕਰਦੀਆਂ ਨੇ, ਵਿਹੜਾ ਮਰਕੀ। ਉਹ ਦਰਅਸਲ ਮੇਰੇ ਖਿਆਲ ਪਹਿਲਾ ਐਕਸਪੈਰੀਮੈਂਟ ਸੀ ਕਿ ਅਸੀਂ ਘਰ ਕਿਸੇ ਬੰਦੇ ਨਾਲ, ਘਰ ਵਾਲਿਆਂ ਨਾਲ ਸੰਵਾਦ ਰਚਾਉਂਦਾ ਹੈ ਜਾਂ ਕਮਰਾ ਸੰਵਾਦ ਰਚਾਉਂਦਾ ਹੈ। ਔਰ ਉਹ ਜਦੋਂ ਉਹਦੇ ਵਿੱਚ ਜਦੋਂ ਉਹ ਆਰਟੀਕਲ, ਮੇਰੀ ਕਿਤਾਬ ਪੂਰੀ ਆਈ ਸੀਗੀ ਜੀ, ਉਹਦੇ ਬਾਰੇ ਕਾਫੀ ਸਾਹਿਤਕਾਰਾਂ ਨੇ ਬੜਾ ਵਧੀਆ ਜਿਹੜਾ ਹੁੰਗਾਰਾ ਮਿਲਿਆ। ਉਸ ਤੋਂ ਬਾਅਦ ਮੇਰੇ ਮਨ 'ਚ ਆਇਆ ਕਿ ਯਾਰ ਇਹ ਘਰ ਬਾਹਰੀ ਘਰ ਹੈ, ਇੱਕ ਬੰਦੇ ਦਾ ਅੰਦਰਲਾ ਘਰ ਹੈ, ਤੁਹਾਡਾ ਅੰਤਰੀਵ ਹੈ, ਔਰ ਤੁਹਾਡਾ ਅੰਤਰੀਵ ਜਾਂ ਮਨੁੱਖੀ ਜਿਹੜਾ ਬਣਤਰ ਹੈ, ਵਿਅਕਤੀਤਵ ਹੈ, ਉਹਨੂੰ ਪ੍ਰਭਾਵਿਤ ਤੁਹਾਡੇ ਮਨੁੱਖੀ ਸਰੀਰ ਦੇ ਵੱਖਰੋ ਵੱਖਰੇ ਅੰਗ ਕਰਦੇ ਨੇ। ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜੇ ਤੁਹਾਡੇ ਵੱਖਰੋ ਵੱਖਰੇ ਅੰਗ ਨੇ, ਇਹ ਤੁਹਾਡੇ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰਦੇ ਨੇ, ਤੁਹਾਡੀ ਮਨੁੱਖੀ ਸ਼ਖਸੀਅਤ ਨੂੰ ਡਿਫਾਈਨ ਕਰਦੇ ਨੇ ਕਿ ਤੁਸੀਂ ਕੀ ਹੋ, ਕਿਸ ਤਰ੍ਹਾਂ ਹੈ, ਕਿ ਅਸੀਂ ਕਿਸ ਤਰ੍ਹਾਂ ਰਿਐਕਟ ਕਰਦੇ ਹਾਂ, ਸਾਡਾ ਦਿਮਾਗ ਕਿਸ ਤਰ੍ਹਾਂ ਰਿਐਕਟ ਕਰਦਾ ਹੈ, ਸਾਡੀਆਂ ਇੰਪ੍ਰੈਸ਼ਨ ਮਤਲਬ ਕਿ ਤੁਸੀਂ ਫਰਕ ਕਰੋ, ਅਸੀਂ ਤੁਰ ਰਹੇ ਹਾਂ ਤੇ ਅਸੀਂ ਜਦੋਂ ਅੱਖਾਂ 'ਚ ਅੱਖਾਂ ਪਾ ਕੇ ਦੇਖਦੇ ਹਾਂ, ਅੱਖਾਂ ਨੀਵੀਆਂ ਕਰਕੇ ਦੇਖਦੇ ਹਾਂ, ਅੱਖਾਂ ਕਿਸ ਤਰ੍ਹਾਂ ਕਰਕੇ ਦੇਖਦੇ ਹੋ, ਤੁਹਾਡਾ ਵਿਅਕਤੀਤਵ ਹੁੰਦਾ ਹੈ, ਤੁਸੀਂ ਕਿਸ ਤਰ੍ਹਾਂ ਬੋਲਦੇ ਹੋ, ਕਿਸੇ ਤਰ੍ਹਾਂ ਕਿਸੇ ਗੱਲ ਨੂੰ ਕਿੱਦਾਂ ਰਿਐਕਟ ਕਰਦੇ ਹੋ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਹਾਡੀ ਪਰਸਨੈਲਿਟੀ ਨੂੰ ਵੱਖਰੋ ਵੱਖਰੇ ਕੋਣਾਂ ਤੋਂ ਡਿਫਾਈਨ ਕਰਦੀਆਂ ਨੇ। ਫਿਰ ਮੈਂ ਉਹ ਇੱਕ ਲਿਖਿਆ ਸੀਗਾ ਜੀ, ਉਹ ਸਾਰੀ ਕਿਤਾਬ ਜਿਹੜੀ ਇਹ ਕਾਇਆ ਦੀ ਕੈਨਵਸ ਹੈ, ਉਹ ਸਿਰਫ ਅੰਗਾਂ ਤੋਂ ਲੈ ਕੇ ਮਰਕੀ ਸਿਰ ਤੋਂ ਲੈ ਕੇ ਆਪਣੇ ਪੈਰਾਂ ਤੱਕ ਜਿਹੜੇ ਵੱਖਰੋ ਵੱਖਰੇ ਅੰਗ ਸੀ, ਉਹਨਾਂ ਦੀਆਂ ਬਹੁਤ ਪਰਤਾਂ ਫਰੋਲੀਆਂ ਨੇ ਕਿ ਇਹਨਾਂ ਨੂੰ ਅਸੀਂ ਨਿਗੂਣਾ ਨਾ ਸਮਝੀਏ। ਇਹ ਵੀ ਸਾਡੀ ਵਿਅਕਤੀਤਵ ਦਾ ਹਿੱਸਾ ਹੈ, ਔਰ ਸਾਡੇ ਵਿਅਕਤੀਤਵ ਨੂੰ ਡਿਫਾਈਨ ਕਰਨ ਵਾਸਤੇ ਇਹ ਬੜਾ ਪੋਜ਼ਿਟਿਵ ਰੋਲ ਪਲੇ ਕਰਦੇ ਨੇ। ਔਰ ਸਾਨੂੰ ਮਤਲਬ ਕਿ ਇੱਕ ਵਨ ਸਾਈਡਡ ਨਹੀਂ ਹੋਣਾ ਚਾਹੀਦਾ, ਸਾਨੂੰ ਬਹੁਤ ਪੱਖੀ ਪ੍ਰਸਾਰ ਮਨ ਵਿੱਚ ਰੱਖ ਕੇ ਜ਼ਿੰਦਗੀ ਦੇ ਨਜ਼ਰੀਏ ਨੂੰ, ਜ਼ਿੰਦਗੀ ਨੂੰ ਦੇਖਣਾ ਚਾਹੀਦਾ ਹੈ। ਜ਼ਿੰਦਗੀ ਦੇ ਵੱਖਰੋ ਵੱਖਰੇ ਕੋਣਾਂ ਦੇ ਵਿੱਚੋਂ ਸੁੱਚਮ ਜਿਹੜਾ ਹੈ, ਸੁੱਚਮ ਸਹਿਜ ਤੇ ਸੁਖਨ ਜਿਹੜਾ ਹੈਗਾ, ਉਹ ਇਹਦੇ ਵਿੱਚੋਂ ਲੱਭ ਸਕਦਾ ਹੈ ਜੇ ਅਸੀਂ ਜਿਹੜੇ ਵੱਖਰੋ ਵੱਖਰੇ ਅੰਗ ਹੈ ਉਹਨਾਂ ਦੀ ਪੋਜ਼ਿਟਿਵ ਜਿਹੜਾ ਸਦ ਉਪਯੋਗ ਰਾਹੀਂ ਉਹਨਾਂ ਨੂੰ ਆਪਾਂ ਡਿਫਾਈਨ ਕਰੀਏ। ਤਾਂ ਉਹ ਮੇਰਾ ਉਹ ਬੜੀ ਮੇਰਾ ਖਿਆਲ ਕਿ ਉਹ ਮੈਨੂੰ ਕਿਸੇ ਨੇ, ਕਿਉਂਕਿ ਮੈਂ ਕੋਈ ਪੜ੍ਹਦਾ ਰਹਿੰਦਾ, ਪਰ ਮੈਨੂੰ ਇਉਂ ਲੱਗਦਾ ਕਿ ਇੰਗਲਿਸ਼ ਲਿਟਰੇਚਰ ਵਿੱਚ ਵੀ ਉਹ ਇਸ ਤਰ੍ਹਾਂ ਦਾ ਨਿੱਠ ਕੇ ਸਾਰੇ ਅੰਗਾਂ ਬਾਰੇ ਨਹੀਂ ਲਿਖਿਆ ਗਿਆ, ਭਾਵੇਂ ਕਿ ਗੁਰੂ ਅਮਰਦਾਸ ਜੀ ਉਹਨਾਂ ਨੇ ਗੁਰਬਾਣੀ ਵਿੱਚ ਕੁਝ ਅੰਗਾਂ ਬਾਰੇ ਉਹਨਾਂ ਨੇ ਜ਼ਰੂਰ ਲਿਖਿਆ ਹੈ, ਮਤਲਬ ਕਿ ਸਾਰੇ ਅੰਗਾਂ ਨਹੀਂ, ਕੁਝ ਅੰਗਾਂ ਬਾਰੇ ਜ਼ਰੂਰ ਲਿਖਿਆ ਹੈ। ਪਰ ਮੇਰਾ ਮਾੜਾ ਜਿਹਾ ਉਦਮ ਸੀਗਾ ਜੀ, ਮੈਂ ਇਹਦੇ ਵਿੱਚ ਨਾ ਤਾਂ ਮੈਂ ਆਪਣੇ ਆਪ ਨੂੰ ਕੋਈ ਸਾਹਿਤਕਾਰ ਸਮਝਦਾ, ਮੈਂ ਤੇ ਇੱਕ ਕਲਮ ਦੀ ਕਿਰਤ ਕਰਦਾ ਹੈਗਾ, ਸ਼ੌਕ ਹੈ, ਔਰ ਉਹ ਸ਼ੌਕ ਦੇ ਨਾਲ ਮੈਂ ਹੌਲੀ ਹੌਲੀ ਜਿਹੜਾ ਹੈ ਉਹ ਚੱਲਦਾ ਰਿਹਾ ਜੀ। ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਤਰੀਕੇ ਨਾਲ ਵਿਸਥਾਰ ਨਾਲ ਸਮਝਾਇਆ, ਪਰ ਆਪਣੀ ਗੁਰਬਾਣੀ ਦੇ ਵਿੱਚ ਜਿੱਦਾਂ ਤੁਸੀਂ ਤੀਜੇ ਗੁਰੂ ਸਾਹਿਬ ਨੇ ਵੀ ਥੋੜ੍ਹਾ ਬਹੁਤ ਲਿਖਿਆ ਹੈਗਾ, ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਜਲਵਾਯੂ ਆ, ਜਿਹੜਾ ਇਨਵਾਇਰਮੈਂਟ ਆ, ਤੇ ਉਸ ਤੋਂ ਬਾਅਦ ਜਿਹੜੀ ਆਪਣੇ ਸਰੀਰ ਦੀ ਬਣਤ ਆ, ਤੇ ਉਸ ਤੋਂ ਬਾਅਦ ਜਿਹੜੇ ਧਾਰਮਿਕ ਅਵਸਥਾ 'ਚ ਆਪਾਂ ਪੈਦਾ ਹੋਏ, ਚਾਹੇ ਕੋਈ ਵੀ ਧਰਮ ਹੋਵੇ, ਇਹ ਚੀਜ਼ਾਂ ਟੋਟਲ ਵੀ ਇਫੈਕਟ ਕਰਦੀਆਂ ਆ ਬੰਦੇ ਦੀ ਜਿਹੜੀ ਮਾਨਸਿਕਤਾ ਡਿਵੈਲਪ ਕਰਨ ਵਾਸਤੇ। ਐਮ ਆਈ ਕਰੈਕਟ? ਗੁਲਾਲ ਜੀ, ਜਿਹੜੀ ਮੇਰੀ ਨੈਕਸਟ ਕਿਤਾਬ ਆਈ ਨਾ, ਧੁੱਪ ਦੀਆਂ ਕਣੀਆਂ, ਹਾਂਜੀ, ਮੈਂ ਉੱਤੇ ਆ ਰਿਹਾ। ਹਾਂਜੀ,
ਮੈਂ ਉਹਦੇ ਵਿੱਚ ਕੁਦਰਤ ਦੀਆਂ ਨਿਆਮਤਾਂ ਦੀ ਗੱਲ ਕੀਤੀ ਹੈ ਕਿ ਕੁਦਰਤ ਦੀਆਂ ਨਿਆਮਤਾਂ ਨੇ, ਭਾਵੇਂ ਉਹ ਧਰਤੀ ਹੈ, ਹਵਾ ਹੈ, ਪਾਣੀ ਹੈ, ਉਹ ਚੰਨ ਚਾਨਣੀ ਹੈ, ਸੂਰਜ ਦੀ ਲੋ ਹੈ, ਧੁੱਪ ਹੈ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਜਿੰਨੀਆਂ ਵੀ ਕੁਦਰਤੀ ਨਿਆਮਤਾਂ ਨੇ, ਇਹ ਵੀ ਮਨੁੱਖੀ ਸ਼ਖਸੀਅਤ ਨੂੰ, ਸਾਡੇ ਆਲੇ ਦੁਆਲੇ ਨੂੰ ਡਿਫਾਈਨ ਕਰਦੀਆਂ ਨੇ, ਪ੍ਰਭਾਵਿਤ ਕਰਦੀਆਂ ਨੇ। ਔਰ ਇਹਦੇ ਵਿੱਚ ਅਸੀਂ ਬੜਾ ਕੁਝ, ਔਰ ਸਭ ਤੋਂ ਚੰਗੀ ਵਧੀਆ ਗੱਲ ਇਹ ਹੈ ਕਿ ਜੇ ਅਸੀਂ ਕੁਦਰਤ ਦੇ ਨਾਲ ਸੰਤੁਲਨ ਬਣਾ ਕੇ ਰੱਖਾਂਗੇ, ਭਾਵੇਂ ਉਹ ਪਾਣੀ ਦੀ ਗੱਲ ਹੋਵੇ, ਭਾਵੇਂ ਹਵਾ ਦੀ ਗੱਲ ਹੋਵੇ, ਧਰਤੀ ਦੀ ਗੱਲ ਹੋਵੇ, ਭਾਵੇਂ ਉਹ ਹਰ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਬਚਣ ਦੀ ਗੱਲ ਹੋਵੇ, ਜਿੰਨਾ ਚਿਰ ਅਸੀਂ ਉਹ ਬੈਲੈਂਸ ਬਣਾ ਕੇ ਰੱਖਾਂਗੇ, ਉਹਦੇ ਨਾਲ ਸਾਡਾ ਮਨੁੱਖੀ ਸ਼ਖਸੀਅਤ ਵੀ ਚੰਗੀ ਰਹੇਗੀ ਔਰ ਅਸੀਂ ਜਿਉਣ ਜੋਗੇ ਵੀ ਰਵਾਂਗੇ। ਜਿਵੇਂ ਮੈਂ ਤੈਨੂੰ ਜਿਉਂ ਡਾਕਟਰ ਸਾਹਿਬ, ਤੁਸੀਂ ਇੱਕ ਗੱਲ ਆਪਾਂ ਪੁਆਇੰਟ ਤੇ ਆ ਜਾਈਏ ਕਿ ਇੱਕ ਬੜੀ ਚੰਗੀ ਗੱਲ ਕੀਤੀ ਕਿ ਇਹ ਚੀਜ਼ਾਂ ਜਿਹੜੀਆਂ ਆਪਾਂ ਜੀਣ ਜੋਗੇ ਵੀ ਰਹਿ ਜਾਵਾਂਗੇ ਜੇ ਆਪਾਂ ਆਲੇ ਦੁਆਲੇ ਆਪ ਜਿਹੜੀ ਕੁਦਰਤ ਵੱਲੋਂ ਦਿੱਤੇ ਗਏ ਰਿਸੋਰਸਿਸ ਆ ਉਹਨਾਂ ਨੂੰ ਸਵੱਛ ਤੇ ਉਹਨਾਂ ਨੂੰ ਸਾਂਭ ਲਿਆ। ਕੁਐਸਚਨ ਖੜਾ ਹੋ ਜਾਂਦਾ ਜਿਹੜੀ ਮਾਤਰ ਭੂਮੀ ਨਾਲ ਆਪਾਂ ਬਿਲੋਂਗ ਕਰਦੇ ਹਾਂ। ਹੁਣ ਇੱਥੇ ਤਾਂ ਗੌਰਮੈਂਟ ਦਾ ਡੰਡਾ, ਇੱਥੇ ਤਾਂ ਰੂਲ ਐਂਡ ਰੈਗੂਲੇਸ਼ਨਸ ਹੈ। ਤੁਸੀਂ ਦੁਆਬੇ ਨਾਲ ਬਿਲੋਂਗ ਕਰਦੇ ਹੋ, ਤੁਸੀਂ ਉੱਥੇ ਦੇਖਿਆ ਹੋਣਾ ਪਾਣੀ ਦਾ ਕੀ ਹਾਲ ਹੈ, ਕਿਹੜੇ ਲੈਵਲ ਤੇ ਚਲਾ ਗਿਆ। ਠੀਕ ਹੈ, ਉਸ ਤੋਂ ਬਾਅਦ ਮਨੁੱਖ ਨੇ ਹੀ ਇੰਨਾ ਕੁਛ ਪਾ ਦਿੱਤਾ ਉਹਨਾਂ ਪਾਣੀਆਂ ਦੇ ਵਿੱਚ ਜਿੱਥੇ ਸਤਲੁਜ ਤੇ ਬਿਆਸ ਇਕੱਠੇ ਹੁੰਦੇ, ਉੱਥੋਂ ਨਹਿਰਾਂ ਨਿਕਲਦੀਆਂ ਜਿਹੜੀਆਂ ਮੇਰੇ ਹੋਮ ਟਾਊਨ ਗੰਗਾਨਗਰ ਵੱਲ ਨੂੰ ਜਾਂਦੀਆਂ, ਤੇ ਤੁਸੀਂ ਬਿਲੀਵ ਨਹੀਂ ਕਰੋਗੇ ਉਹ ਪਾਣੀ ਜਿਹੜਾ ਥੋੜਾ ਥੋੜਾ ਚਿੱਟਾ ਦਿਖਦਾ ਆ ਨਾ, ਉਹ ਜਦੋਂ ਗੰਗਾਨਗਰ ਪਹੁੰਚਦਾ ਉਹ ਕਾਲਾ ਹੋ ਚੁੱਕਾ ਹੁੰਦਾ ਔਰ ਬਿਮਾਰੀ ਦਾ ਘਰ ਹੁੰਦਾ ਆ। ਕਿਤੇ ਨਾ ਕਿਤੇ ਆਪਣੀਆਂ ਜਿਹੜੀਆਂ ਸਿੱਖਿਅਨ ਸੰਸਥਾਵਾਂ ਦੀ ਕਮੀ ਰਹਿ ਗਈ ਜਾਂ ਧਾਰਮਿਕ ਕਮੇਟੀਆਂ ਦੀ ਕੋਈ ਕਮੀ ਰਹਿ ਗਈ ਕਿ ਆਪਾਂ ਉਹ ਚੀਜ਼ ਨੂੰ ਵੀ ਨਹੀਂ ਸਾਂਭ ਸਕੇ। ਮੈਂ ਇਹ ਥੋੜਾ ਜਿਹਾ ਵਿਸ਼ੇ ਤੋਂ ਹਟ ਕੇ ਤੁਹਾਨੂੰ ਇੱਕ ਕੁਐਸਚਨ ਪੁੱਛ ਰਿਹਾ। ਮੈਂ ਗੁਲਾਲ ਜੀ, ਮੈਂ ਨਾ এনवायरमेंट ਬਾਰੇ ਮੇਰੀ ਇੱਕ ਪੂਰੀ ਕਿਤਾਬ ਆਈ ਆ, ਹਵਾ ਹੱਥ ਜੋੜਦੀ ਹੈ। ਉਹ ਮਰ ਕੇ ਬੰਦੇ ਅੱਗੇ ਮਿਹਨਤ ਕਰਦੀ ਹੈ ਕਿ ਤੂੰ ਮੈਨੂੰ ਬਚਾ ਲਾ, ਮੈਂ ਤੈਨੂੰ ਜੀਵਨ ਦਾਨੀ ਹੈ। ਉਹਦੇ ਵਿੱਚ ਪਾਣੀ ਦੇ ਪ੍ਰਦੂਸ਼ਣ ਦੀ ਵੀ ਗੱਲ ਕੀਤੀ ਆ, ਔਰ ਆਵਾਜ਼ ਦਾ ਪ੍ਰਦੂਸ਼ਣ ਹੈ, ਲਾਈਟ ਦਾ ਪ੍ਰਦੂਸ਼ਣ ਹੈ, ਇਲੈਕਟ੍ਰੋਮੈਗਨੈਟਿਕ ਵੇਵਸ ਦਾ ਪ੍ਰਦੂਸ਼ਣ ਹੈ। ਮੈਂ ਇਹ ਪ੍ਰਦੂਸ਼ਣ ਬਾਰੇ ਕਾਫੀ ਲਿਖਿਆ ਹੈ ਜੀ। ਔਰ ਤੁਹਾਨੂੰ ਮੈਂ ਇੱਕ ਦੱਸਾਂ ਜੀ, ਮੈਂ 2004 ਜਾਂ 5 ਦੇ ਵਿੱਚ ਇੱਕ ਅਜੀਤ ਵਿੱਚ ਮੇਰਾ ਆਰਟੀਕਲ ਆਇਆ ਸੀਗਾ ਕਿ ਪੰਜਾਬ ਦੇ ਵਿੱਚ ਫਰਟੀਲਿਟੀ ਸੈਂਟਰ ਕਿਉਂ ਬਣ ਗਏ ਨੇ। ਮਰਕੀ ਦਿਸ ਇਜ਼ ਅ ਵੈਰੀ ਬਿਗ ਕੁਐਸਚਨ ਕਿ ਪੰਜਾਬ, ਇਹਦਾ ਮਤਲਬ ਕਿ ਪੰਜਾਬ ਜਿਹੜਾ ਹੈ ਨਮਰਦੀ ਵਾਲੇ ਪਾਸੇ ਤੁਰ ਪਿਆ ਹੈ। ਇਹ 2000 ਆਈ ਥਿੰਕ 4 ਜਾਂ 5 ਦੇ ਵਿੱਚ ਅਜੀਤ ਅਖਬਾਰ ਦੇ ਵਿੱਚ ਬਹੁਤ ਵੱਡਾ ਆਰਟੀਕਲ ਛਪਿਆ ਸੀ, ਔਰ ਮੈਂ ਮੇਰੀ ਕਿਤਾਬ ਦੇ ਵਿੱਚ ਵੀ ਹੈਗਾ। ਉਹਦਾ ਕਾਰਨ ਕੀ ਹੋਇਆ ਕਿ ਜਦੋਂ ਅਸੀਂ ਇਨਸੈਕਟੀਸਾਈਡ ਔਰ ਪੈਸਟੀਸਾਈਡ ਪਾ ਦਿੱਤੇ, ਉਹ ਸਾਡੇ ਫੂਡ ਚੇਨ ਦਾ ਹਿੱਸਾ ਬਣ ਗਿਆ, ਔਰ ਫੂਡ ਚੇਨ ਦਾ ਜਦੋਂ ਉਹ ਹਿੱਸਾ ਬਣ ਗਿਆ, ਉਹਨੇ ਸਾਡੀ ਫਰਟੀਲਿਟੀ ਜਿਹੜੀ ਸੀਗੀ ਉਹ ਖਤਮ ਕਰਤੀ। ਔਰ ਫਰਟੀਲਿਟੀ ਖਤਮ ਹੋਣ ਕਰਕੇ ਇੱਕ ਤਾਂ ਸਾਡੇ ਸੋਸ਼ਲ ਵੈਲਿਊ, ਸਾਡੀਆਂ ਪਰਿਵਾਰਾਂ ਦੇ ਵਿੱਚ ਝਗੜੇ ਪੈਦਾ ਹੋ ਗਏ, ਰਿਲੇਸ਼ਨ ਟਿੜਕ ਗਏ। ਔਰ ਫਿਰ ਅਸੀਂ ਜਿਹੜੇ ਕਾਰਪੋਰੇਟ ਅਦਾਰੇ ਸੀ ਉਹਨਾਂ ਨੇ ਕੀ ਕੀਤਾ ਕਿ ਫਿਰ ਫਰਟੀਲਿਟੀ ਸੈਂਟਰ ਖੋਲ੍ਹਤੇ। ਹੁਣ ਤੁਸੀਂ ਦੇਖੋਗੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਫਰਟੀਲਿਟੀ ਸੈਂਟਰ ਬਣ ਗਏ ਨੇ। ਉਹਦਾ ਬੇਸਿਕ ਕਾਰਨ ਅਸੀਂ ਪ੍ਰਦੂਸ਼ਣ ਹੈ। ਔਰ ਮੈਂ ਇਹ ਕਹਿੰਦਾ ਹੁੰਦਾ ਕਿ ਪੰਜਾਬ ਦੇ ਜਲੰਧਰ ਦੇ ਵਿੱਚ ਆਈ ਥਿੰਕ ਏਸ਼ੀਆ 'ਚ ਦੂਜਾ ਜਾਂ ਤੀਜਾ ਨੰਬਰ ਇਹ ਸਿਟੀ ਹੈਗਾ ਜਲੰਧਰ, ਜਿਸ 'ਚ ਸਭ ਤੋਂ ਜ਼ਿਆਦਾ ਹਸਪੀਟਲ ਨੇ। ਮੈਂ ਇਹਨਾਂ ਕੋਈ ਗੱਲ ਕਰ ਰਿਹਾ ਸੀ, ਸ਼ਾਇਦ 450 ਹਸਪੀਟਲ ਇਕੱਲੇ ਜਲੰਧਰ ਵਿੱਚ ਹੈ ਜੀ, 450 ਔਰ ਸਮਥਿੰਗ ਲਾਈਕ ਦੈਟ। ਮੈਨੂੰ ਹੁਣ ਐਗਜ਼ੈਕਟ ਨੰਬਰ ਜੀ ਡਾਕਟਰ ਸਾਹਿਬ, ਆਪਾਂ ਹੁਣ ਸ਼ੇਰ ਭੰਗਰਤਾ ਤੇ ਹੋਣੇ ਇਸ ਤੋਂ ਬਾਅਦ, ਪਰ ਆਪਾਂ ਰੁਕਣਾ ਪੈ ਰਿਹਾ ਕੁਇਕ ਬ੍ਰੇਕ ਲਈ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਡਾਕਟਰ ਗੁਰਬਖਸ਼ ਸਿੰਘ ਪੰਡਾਲ, ਜਿਹੜੇ ਕਿ ਪ੍ਰੋਫੈਸਰ ਨੇ ਕਲੀਵਲੈਂਡ ਓਹਾਇਓ ਦੇ ਵਿੱਚ, ਬੜੇ ਵਿਸਤਾਰ ਨਾਲ ਗੱਲ ਸਮਝਾ ਰਹੇ। ਸਾਨੂੰ ਰੁਕਣਾ ਪੈ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਲਈ। ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਡਾਕਟਰ ਗੁਰਬਖਸ਼ ਸਿੰਘ ਪੰਡਾਲ। ਡਾਕਟਰ ਸਾਹਿਬ, ਸਵਾਗਤ ਆਫਟਰ ਬ੍ਰੇਕ। ਆਪਾਂ ਹੁਣ ਪਹਿਲਾਂ ਵੀ ਗੱਲ ਕੀਤੀ ਸੀ, ਹੁਣ ਦੁਬਾਰਾ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜੀ ਤੁਸੀਂ ਭੰਗਰਤਾ ਦੀ ਗੱਲ ਕਰਦੇ ਆ, ਤੁਸੀਂ ਪਹਿਲਾਂ ਸਮਝਾਓ ਤੇ ਐਲੈਬੋਰੇਟ ਕਰੋ ਵੀ ਤੁਸੀਂ ਕੀ ਗੱਲ ਕਹਿਣਾ ਕੀ ਚਾਹੁੰਦੇ, ਇਹਦਾ ਪੂਰੇ ਵਰਡ ਦਾ ਮਤਲਬ ਕੀ ਹੈ? ਦਰਅਸਲ ਜੀ ਇਹਦਾ ਮਤਲਬ ਹੈਗਾ ਕਿ ਇੱਕ ਛਿਣ ਹੁੰਦਾ ਹੈ, ਇੱਕ ਪਲ ਹੁੰਦਾ ਹੈ ਜਿਹਦੇ ਵਿੱਚੋਂ ਜ਼ਿੰਦਗੀ ਨੂੰ ਨਵੇਂ ਅਰਥ ਦਿੱਤੇ ਜਾ ਸਕਦੇ ਨੇ। ਔਰ ਚਾਨਣ ਝੀਤ ਮੀਨਸ ਕਿ ਉਹਦੇ ਵਿੱਚੋਂ ਕੋਈ ਰੌਸ਼ਨੀ ਦੀ ਕਿਰਨ ਤੁਹਾਨੂੰ ਪ੍ਰਾਪਤ ਹੁੰਦੀ ਆ। ਇੱਕ ਛਿਣ ਇਹੋ ਜਿਹਾ ਹੁੰਦਾ ਹੈ। ਹੁਣ
ਤੁਸੀਂ ਨੋਟ ਕਰੋ ਵੀ ਜਿੰਨੀਆਂ ਦੁਨੀਆ ਦੇ ਵਿੱਚ ਖੋਜਾਂ ਹੋਈਆਂ ਨੇ, ਉਹ ਇੱਕ ਮੂਵਮੈਂਟ ਸੀਗਾ ਕਿ ਇੱਕ ਮੂਵਮੈਂਟ ਦੇ ਵਿੱਚ ਬੰਦੇ ਨੇ ਸੋਚਿਆ ਕਿ ਭਾਵੇਂ ਨਿਊਟਨ ਦਾ ਸਿਧਾਂਤ ਲੈ ਲਓ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਲੈ ਲਓ, ਕਵਿਤਾ ਦਾ ਵਿਚਾਰ ਸਾਡੇ ਮਨ 'ਚ ਆਉਂਦਾ, ਉਹ ਵੀ ਇੱਕ ਪਲ ਹੁੰਦਾ ਹੈ ਔਰ ਉਸ ਪਲ ਨੂੰ ਪਕੜਨਾ ਬਹੁਤ ਜ਼ਰੂਰੀ ਹੁੰਦਾ ਹੈ। ਮੈਂ ਕੋਈ ਆਰਟੀਕਲ ਲਿਖਦਾ, ਉਹ ਇੱਕ ਮੂਵਮੈਂਟ ਹੁੰਦਾ ਹੈ, ਜੇ ਉਹ ਤੁਹਾਨੂੰ ਡਿਸਟਰਬ ਕਰ ਦਿਓ ਤਾਂ ਉਹ ਮੂਵਮੈਂਟ ਨਿਕਲ ਗਿਆ, ਤਾਂ ਤੁਸੀਂ ਨਹੀਂ ਪਕੜ ਸਕਦੇ। ਸੋ ਇੱਕ ਮੂਵਮੈਂਟ ਤੇ ਜਿਹੜਾ ਕੁਛ ਵੀ ਜਦੋਂ ਵਾਪਰਦਾ ਹੈ ਔਰ ਇੱਕ ਮੂਵਮੈਂਟ ਤੇ ਕਤਲ ਵੀ ਹੋ ਸਕਦਾ ਹੈ ਤੇ ਉਹਦੇ ਵਿੱਚ ਕਿਰਪਾ ਵੀ ਹੋ ਸਕਦੀ ਹੈ, ਇੱਕ ਤਾਂ ਕੁਛ ਵੀ ਹੋ ਸਕਦਾ ਹੈਗਾ। ਸੋ ਮੈਂ ਬੇਸਿਕਲੀ ਉਹ ਇੱਕ ਮੂਵਮੈਂਟ ਦੀ, ਇੱਕ ਪਲ ਦੀ ਗੱਲ ਕੀਤੀ ਆ ਕਿ ਇੱਕ ਪਲ ਵਿੱਚ ਕਿਸ ਤਰ੍ਹਾਂ ਦੀਆਂ ਕਿਰਿਆਵਾਂ ਪੈਦਾ ਹੋ ਸਕਦੀਆਂ ਨੇ ਔਰ ਉਸ ਪਲ ਨੂੰ ਅਸੀਂ ਕਿਸ ਤਰ੍ਹਾਂ ਪਕੜ ਕੇ ਜ਼ਿੰਦਗੀ ਦੇ ਸੁੱਚੇ ਰਾਹਾਂ ਦੀ ਨਿਸ਼ਾਨਦੇਹੀ ਵੀ ਕਰ ਸਕਦੇ ਹਾਂ ਤੇ ਸਾਡੇ ਕਬਰਾਂ ਨੂੰ ਵੀ ਜਾ ਸਕਦੇ ਨੇ। ਇਹ ਡਿਪੈਂਡ ਕਰਦਾ ਹੈਗਾ ਕਿ ਅਸੀਂ ਕਬਰਾਂ ਵੱਲ ਨੂੰ ਤੁਰਨਾ ਹੈ ਜਾਂ ਅਸੀਂ ਬਹਾਰਾਂ ਦੀ ਰੁੱਤ ਦੇ ਵੱਲ ਨੂੰ ਤੁਰਨਾ ਹੈ, ਅਸੀਂ ਫੁੱਲਾਂ ਨਾਲ ਖੇਡਣਾ ਹੈ, ਫੁੱਲਾਂ ਦੇ ਨਾਲ ਗੱਲਾਂ ਕਰਨੀਆਂ ਨੇ, ਤੇ ਜਾਂ ਅਸੀਂ ਕੰਢਿਆਂ ਦੇ ਨਾਲ ਯਾਰੀ ਪਾਉਣੀ ਆ। ਇਹ ਡਿਪੈਂਡ ਕਰਦਾ ਹੈ, ਉਹ ਇੱਕ ਮੂਵਮੈਂਟ, ਉਹ ਪਲ ਡਿਸਾਈਡ ਕਰਦਾ ਹੈ ਔਰ ਇੱਕ ਪਲ ਦੇ ਵਿੱਚ ਕੁਛ ਨਾ ਕੁਛ ਵਾਪਰ ਜਾਂਦਾ ਹੈਗਾ। ਜਿਹੜਾ ਦੋ ਕੁਐਸਚਨ ਖੜੇ ਹੋ ਗਏ, ਬਹੁਤ ਵਧੀਆ ਤੁਸੀਂ ਵਿਸਤਾਰ ਨਾਲ ਜਿਹੜੀ ਗੱਲ ਬਹੁਤ ਵਧੀਆ ਤਰੀਕੇ ਨਾਲ ਦੱਸੀ। ਡਾਕਟਰ ਸਾਹਿਬ, ਦੋ ਕੁਐਸਚਨ ਖੜੇ ਹੋ ਗਏ। ਜੇ ਆਪਾਂ ਉਹ ਇੱਕ ਪਲ ਜਿਹੜੀ ਸ਼ਿਰਭੰਗਰਤਾ ਦੀ ਤੁਸੀਂ ਗੱਲ ਕਰਦੇ, ਉਹ ਜੇ ਇੱਕ ਪਲ ਆਪਾਂ ਸੰਵਾਰ ਲਈਏ, ਜੇ ਬੰਦਾ ਸੰਵਾਰ ਲਵੇ ਤਾਂ ਆਪਾਂ ਇੱਕ ਬਹੁਤ ਵੱਡੀ ਬਿਮਾਰੀ ਇਸ ਟਾਈਮ ਦੁਨੀਆ ਦੇ ਵਿੱਚ, ਮੈਂ ਕਿਸੇ ਦੇਸ਼ ਦਾ ਜਾਂ ਨਾਂ ਨਹੀਂ ਲੈ ਰਿਹਾ, ਉਹ ਹਰ ਜਗ੍ਹਾ ਹੀ ਆ, ਉਹ ਹੈਗੀ ਡਿਪਰੈਸ਼ਨ। ਡਿਪਰੈਸ਼ਨ ਉਹ ਇੱਕ ਮਨ ਦੀ ਤਰੰਗੀ ਹੁੰਦੀ ਹੈ, ਇੱਕ ਹੋਰ ਕੁਝ ਨਹੀਂ ਹੁੰਦਾ ਗਾ, ਕਿਉਂਕਿ ਜੋ ਕਮਾਉਣਾ ਉਹ ਖਾ ਲੈਣਾ, ਜੋ ਕਿਸਮਤ 'ਚ ਮਿਲੀ ਜਾਣਾ। ਲੋਕ ਗਰੀਬ ਵੀ ਪਏ ਆ ਤੇ ਮਹਿਲਾਂ 'ਚ ਵੀ ਪਏ ਆ, ਠੀਕ ਹੈ। ਜਿਹੜੀ ਡਿਪਰੈਸ਼ਨ ਦੀ ਆ, ਉਹ ਜ਼ਿਆਦਾ ਸੋਚ ਕੇ ਬੰਦਾ ਇਹ ਸੋਚਦਾ ਕਿ ਬੋਡੀ ਨੈਗੇਟਿਵਿਟੀ ਆ ਗਈ, ਯਾਰ ਮੈਂ ਕੀ ਕਰਾਂ, ਉਹਨੂੰ ਕੋਈ ਰਸਤਾ ਨਹੀਂ ਮਿਲਦਾ, ਉਹ ਹੋਰ ਸੋਚਦਾ ਤੇ ਉਹ ਡਿਪਰੈਸ਼ਨ ਚਲਾ ਜਾਂਦਾ ਕਿ ਮੇਰੇ ਕੋਲ ਕੋਈ ਰਾਹ ਨਹੀਂ। ਪਰ ਹੈ ਤਾਂ ਉਹ ਵੀ ਇੱਕ ਪਲ ਹੀ, ਮੰਨਦੇ ਉਸ ਪਲ ਨੂੰ ਜੇ ਬੰਦਾ ਸਾਂਭ ਲਵੇ ਕਿ ਨਹੀਂ ਕੁਛ ਨਹੀਂ ਹੋਇਆ, ਹਾਲੇ ਸਾਹ ਚੱਲ ਰਹੇ ਆ, ਹੱਥ ਚੱਲ ਰਹੇ, ਪੈਰ ਚੱਲ ਰਹੇ ਆ, ਜੇ ਕੁਛ ਨੁਕਸਾਨ ਹੋਇਆ ਤਾਂ ਲੈਟਸ ਗੋ ਓਵਰ ਐਂਡ ਵੀ ਵਿਲ ਡੂ ਇਟ ਅਗੇਨ। ਐਮ ਆਈ ਕਰੈਕਟ ਸਰ? ਮੈਂ ਤੁਹਾਨੂੰ ਗੁਰਲਾਲ ਜੀ ਬੜੀ ਸਿੰਪਲ ਐਗਜ਼ਾਮਪਲ ਦੱਸਦਾ। ਮੈਂ ਨਾ ਕੱਲ ਪਰਸੋਂ ਮੈਂ ਪੜ੍ਹ ਰਿਹਾ ਸੀਗਾ ਕਿ ਕਣਕ ਦਾ ਝਾੜ ਕੱਟ ਗਿਆ, ਫਲਾਣੇ ਕਿਸਾਨ ਨੇ ਖੁਦਕੁਸ਼ੀ ਕਰ ਲਈ, ਫਲਾਣੇ ਨੇ ਖੁਦਕੁਸ਼ੀ ਕਰ ਲਈ। ਮੈਂ ਇਹ ਸੋਚ ਰਿਹਾ ਸੀ ਕਿ ਸਾਡਾ ਬੇਟ ਦਾ ਏਰੀਆ, ਹੁਣੇ ਫਸਲਾਂ ਤਬਾਹ ਹੋ ਜਾਣੀਆਂ, ਘਰ ਵੀ ਅੱਧੇ ਪੱਜੇ ਢੱਠ ਜਾਂਦੇ ਹੁੰਦੇ ਸੀ, ਪਰ ਸਾਡੇ ਬਜ਼ੁਰਗਾਂ ਨੇ ਕਦੀ ਹੌਸਲਾ ਨਹੀਂ ਸੀ ਠਾਰਿਆ। ਉਹ ਹਰ ਪਾਸੇ ਪਾਣੀ ਪੈਦਲ ਚੱਲ ਜਾਣਾ, ਜ਼ਮੀਨ ਪਾਣੀ, ਮੁੜ ਕੇ ਉਹਨਾਂ ਨੇ ਫਿਰ ਚਾਰਾ ਬੀਜ ਦੇਣਾ, ਪਸ਼ੂਆਂ ਨੂੰ ਵੀ ਪਾਲ ਲੈਣਾ, ਅਗਲੀ ਵਾਰੀ ਕਣਕ ਪੂਰੀ ਦੀ ਪੂਰੀ ਹੋ ਜਾਣੀ। ਦੇ ਡੈਮ ਕੇਅਰ ਅਬਾਊਟ ਇਟ। ਉਹਨਾਂ ਇੱਕ ਬੜੀ ਪੋਜ਼ਿਟਿਵਿਟੀ ਸੀ ਉਹਨਾਂ ਦੇ ਮਨ ਦੇ ਵਿੱਚ ਕਿ ਕੋਈ ਨਹੀਂ, ਕੁਛ ਨਹੀਂ ਹੋ ਗਿਆ, ਕੋਈ ਨਹੀਂ ਗੱਲ ਨਹੀਂ। ਈਵਨ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ ਕਿ ਮੈਂ ਪ੍ਰੈਪ ਵਿੱਚੋਂ ਫੇਲ ਹੋ ਗਿਆ। ਮੈਂ ਰੂੜੀ ਪਾ ਰਿਹਾ ਸੀ ਆਪਣੇ ਫਾਦਰ ਨਾਲ ਤੇ ਮੈਂ ਮਾਯੂਸ ਹੋਇਆ ਤੇ ਮੇਰਾ ਫਾਦਰ ਕਹਿਣ ਲੱਗੇ, ਉਹ ਯਾਰ ਤੂੰ ਕਿਹੜਾ ਬੁੱਢਾ ਹੋ ਗਿਆ, ਕਿਹੜੀ ਗੱਲ ਹੈਗੀ। ਮੇਰੇ ਵੱਲੋਂ ਦਿਸ ਇਜ਼ ਦੀ ਪੋਜ਼ਿਟਿਵਿਟੀ ਆਫ ਯੂਰ ਮਾਈਂਡ ਕਿ ਹਾਊ ਯੂ ਥਿੰਕਸ। ਔਰ ਜੇ ਤੁਸੀਂ ਉਹਨੂੰ ਨੈਗੇਟਿਵ ਵਾਲੇ ਪਾਸੇ ਲੈ ਲਓ, ਉਹ ਵੀ ਤਿਲਕਦਾ ਬੰਦਾ ਬਹੁਤ ਥੱਲੇ ਚਲੇ ਜਾਂਦਾ ਹੈ। ਜੇ ਪੋਜ਼ਿਟਿਵ ਵਾਲੇ ਲੈ ਲਓ, ਯੂ ਸਟਾਰਟ ਗਰੋਇੰਗ, ਤੁਹਾਡਾ ਵਿਜ਼ਨ ਜਾਂਦਾ ਹੈ, ਤੁਹਾਡੀ ਮੈਂਟਲ ਮਾਨਸਿਕਤਾ ਚੇਂਜ ਹੁੰਦੀ ਆ, ਉਹਦੇ ਨਾਲ ਤੁਹਾਡਾ ਵਿਅਕਤੀਤਵ ਦਾ ਇੱਕ ਵੱਖਰਾ ਰੂਪ ਜਿਹੜਾ ਸਾਹਮਣੇ ਆਉਂਦਾ ਕਿ ਤੁਸੀਂ ਹਾਰਾਂ ਦੇ ਵਿੱਚੋਂ ਜਿੱਤਾਂ ਨੂੰ ਕਿੱਦਾਂ ਕਿਆਸਣਾ ਹੈ, ਜਿੱਤਾਂ ਦੇ ਅਰਥ ਕਿਸ ਤਰ੍ਹਾਂ ਜ਼ਿੰਦਗੀ ਨੂੰ ਨਵਾਂ ਜਿਹੜਾ ਮੁਕਾਮ ਸਿਰਜਣ ਵਿੱਚ ਸਹਾਈ ਹੁੰਦੇ ਨੇ। ਡਾਕਟਰ ਸਾਹਿਬ, ਇੱਥੇ ਮੈਂ ਤੁਹਾਨੂੰ ਤਿੰਨ ਚੀਜ਼ਾਂ ਇੱਥੇ ਕੰਟਰੋਲ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਜਦੋਂ ਬੰਦਾ ਉਸ ਸਿਚੁਏਸ਼ਨ 'ਚ, ਅਗੇਨ ਗੱਲ ਉਸੇ ਪਲ ਦੀ ਆ ਗਈ, ਉਸੇ ਪਲ ਦੇ ਵਿੱਚ ਤੁਸੀਂ ਦੋ, ਇੱਕ ਤਾਂ ਇਹ ਹੈ ਕਿ ਨੈਗੇਟਿਵਿਟੀ ਜਿਹੜੀ ਹੈ, ਇੱਕ ਈਗੋ ਤੇ ਕੰਟਰੋਲ ਕਰ ਲਓ, ਇੱਕ ਗੁੱਸੇ ਤੇ ਤੀਸਰਾ ਜਿਹੜਾ ਹਿਊਮਨ ਬਿਹੇਵੀਅਰ ਬਾਅਦ ਜਿਹੜੇ ਹੁੰਦੇ, ਉਹ ਬਾਅਦ ਦੀਆਂ ਗੱਲਾਂ ਹੁੰਦੀਆਂ। ਉਦੋਂ ਇਹ ਸੋਚ ਲਓ ਕਿ ਨਾ ਮੈਂ ਈਗੋ ਰੱਖਣੀ, ਨਾ ਮੈਂ ਗੁੱਸਾ ਰੱਖਣਾ, ਜੋ ਮੈਂ ਕੀਤਾ ਮੈਂ ਬੈਸਟ ਕੀਤਾ, ਉਹਦਾ ਰਿਜ਼ਲਟ ਨਹੀਂ ਆਇਆ, ਮਤਲਬ ਪਰਮਾਤਮਾ ਨੂੰ ਸ਼ਾਇਦ ਇੱਦਾਂ ਮਨਜ਼ੂਰ ਸੀਗਾ। ਹੁਣ ਮੈਂ ਦੁਬਾਰਾ ਤੋਂ ਉਸ ਤਰ੍ਹਾਂ ਨਹੀਂ, ਕਿਸੇ ਹੋਰ ਤਰ੍ਹਾਂ ਫਿਰ ਦੁਬਾਰਾ ਜ਼ਿੰਦਗੀ ਜੀਣੀ ਹੈ, ਚਾਹੇ ਜਿੰਨੀ ਜਿਹੜੀ ਪਰਮਾਤਮਾ ਨੇ ਦਿੱਤੀ ਹੈ। ਸਿਰਫ ਇੱਕ ਉਹ ਪਲ ਦੇ ਵਿੱਚ ਇੱਕ ਦਿਮਾਗ ਦਾ ਫੁਰਨਾ ਹੀ ਹੈ ਜਿਹੜਾ ਡਿਪਰੈਸ਼ਨ ਵੀ ਦੂਰ ਕਰ ਦੂਗਾ ਤੇ ਬਾਕੀ ਚੀਜ਼ਾਂ ਵੀ ਦੂਰ ਕਰ ਦੂਗਾ। ਮੇਰੇ ਖਿਆਲ ਨਾਲ ਇੱਦਾਂ ਹੀ ਹੁੰਦਾ।
ਤੇ ਬਾਕੀ ਐਕਸ਼ਨ ਤੇ ਕੰਟਰੋਲ ਕਰਨਾ ਜ਼ਰੂਰੀ ਹੁੰਦਾ। ਜਿੱਦਾਂ ਤੁਸੀਂ ਦੱਸਿਆ ਕਿ ਬਜ਼ੁਰਗ ਖਰਚਾ ਘੱਟ ਕਰਦੇ ਸੀਗੇ ਤੇ ਹੌਸਲਾ ਨਹੀਂ ਹਾਰਦੇ ਸੀਗੇ। ਹੁਣ ਵੱਡੀ ਪ੍ਰੋਬਲਮ ਇਹ ਕਿ ਉਹ ਪਲ ਦੇ ਵਿੱਚ ਹੀ ਸੋਚਣਾ ਹੁੰਦਾ ਕਿ ਮੈਂ ਇੰਨੇ ਵਿਆਹਾਂ ਤੇ ਇੰਨੇ ਪੈਸੇ ਨਹੀਂ ਖਰਚਣੇ, ਤਾਂ ਮੇਰੀ ਇੰਨੀ ਕਮਾਈ ਹੈ ਤਾਂ ਮੈਂ ਇੰਨੀ ਰੱਖਣੀ ਹੈ, ਤਾਂ ਬੰਦਾ ਡਿਪਰੈਸ਼ਨ ਵੱਲ ਜਾਂਦਾ ਹੀ ਨਹੀਂ। ਉਹ ਵੀ ਉਸੇ ਪਲ ਦੀ ਗੱਲ ਆ ਗਈ। ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਇਲੈਬੋਰੇਟ ਕੀਤਾ ਹੈ ਸ਼ੇਰ ਭੰਗਰਤਾ ਦੀ। ਆਪਾਂ ਗੱਲ ਕਰੀਏ ਡਾਕਟਰ ਸਾਹਿਬ ਆਪਾਂ ਕਿ ਤੁਹਾਡਾ ਲੇਖ ਸੀ ਧੁੱਪ ਦੀਆਂ ਕਣੀਆਂ, ਮੇਰੇ ਖਿਆਲ ਕਿਤੇ ਨਾ ਕਿਤੇ ਉਹ ਇੱਥੇ ਢੁੱਕ ਰਿਹਾ ਇਹਨਾਂ ਚੀਜ਼ਾਂ ਤੇ ਹੀ। ਥੋੜਾ ਜਿਹਾ ਇਲੈਬੋਰੇਟ ਕਰੋਗੇ ਉਹਦੇ ਉੱਤੇ? ਦਰਅਸਲ ਜੀ ਧੁੱਪ ਨੂੰ ਅਸੀਂ ਨਾ ਇੱਕ ਛੋਟੇ ਜਿਹੇ ਅਰਥਾਂ ਵਿੱਚ ਨਹੀਂ ਲਈਏ। ਜਿਹੜੀ ਧੁੱਪ ਸੂਰਜ ਸਾਨੂੰ ਦਿੰਦਾ ਹੈ, ਇੱਕ ਧੁੱਪ ਸਾਡੇ ਅੰਦਰ ਵੀ ਹੁੰਦੀ ਹੈ, ਇੱਕ ਧੁੱਪ ਸਾਡੇ ਖਿਆਲਾਂ ਦੀ ਵੀ ਹੁੰਦੀ ਹੈ। ਔਰ ਉਹ ਖਿਆਲਾਂ ਦੀ ਧੁੱਪ, ਸਾਡੀ ਸੋਚ ਦੀ ਧੁੱਪ ਜਿਹੜੀ ਹੈਗੀ ਆ, ਜਿਹਨੇ ਸਾਨੂੰ ਨਿੱਘ ਵੀ ਦੇਣਾ ਹੈ, ਸਾਨੂੰ ਉਹਨੇ ਚਾਨਣ ਵੀ ਦੇਣਾ ਹੈ। ਔਰ ਇੱਕ ਧੁੱਪ ਜਿਹੜੀ ਹੁੰਦੀ ਆ, ਜਿਹਨੇ ਸਾਡੇ ਅੱਖਰਾਂ ਦੇ ਵਿੱਚ ਬਹਿ ਕੇ ਉਹਨਾਂ ਦੇ ਵਿੱਚ ਦੀਵੇ ਵੀ ਜਗਾਉਣੇ ਹੁੰਦੇ ਨੇ। ਦਰਅਸਲ ਇਹ ਧੁੱਪ ਦੇ ਬਹੁਤ ਪੱਤੇ ਅਰਥ ਨੇ। ਅਸੀਂ ਇਹਨਾਂ ਨੂੰ, ਤੁਸੀਂ ਮੇਰੇ ਜਿੰਨੇ ਵੀ ਆਰਟੀਕਲ ਪੜ੍ਹੋਗੇ ਨਾ ਜੀ, ਮੇਰਾ ਮਕਸਦ ਹੈ ਕਿ ਕਿਸੇ ਵੀ ਜਿਹੜੀ ਚੀਜ਼ ਨੂੰ ਨਾ, ਉਹਨੂੰ ਸਥਾਪਿਤ ਦਾਇਰੇ ਵਿੱਚੋਂ ਬਾਹਰ ਕੱਢ ਕੇ ਉਹਨੂੰ ਦੇਖਣਾ ਚਾਹੀਦਾ ਹੈ। ਸਿਰਫ ਸਥਾਪਿਤ ਦਾਇਰੇ ਜਾਂ ਸੀਮਤ ਅਰਥਾਂ ਤੱਕ ਉਹਨੂੰ ਸੀਮਤ ਕਰਦੇ ਨਹੀਂ। ਹਰ ਚੀਜ਼ ਦੇ ਅਸੀਮਤ ਅਰਥ ਹੁੰਦੇ ਨੇ, ਉਹਦਾ ਦਾਇਰਾ ਬੜਾ ਵਸੀਹ ਹੁੰਦਾ ਹੈ। ਉਸ ਦਾਇਰੇ ਵਿੱਚੋਂ ਅਸੀਂ ਉਹਨਾਂ ਨੂੰ ਪਛਾਣਨਾ ਹੁੰਦਾ ਕਿ ਇਹ ਧੁੱਪ ਜਿਹੜੀ ਹੈਗੀ ਆ, ਇਹ ਸਾਨੂੰ ਜਿਹੜੀ ਧੁੱਪ ਹੈ, ਇਹ ਇਕੱਲਾ ਸੂਰਜ ਨਹੀਂ ਦਿੰਦਾ। ਇੱਕ ਸੂਰਜ ਅਸੀਂ ਆਪਣੇ ਅੰਦਰ ਵੀ ਜਗਾਉਣਾ ਹੁੰਦਾ, ਆਪਣੇ ਅੰਤਰੀਵ ਨੂੰ ਵੀ ਰੋਸ਼ਨ ਕਰਨਾ ਹੁੰਦਾ। ਔਰ ਉਸ ਅੰਤਰੀਵ ਦੇ ਨਾਲ ਅਸੀਂ ਆਪਣੇ ਅੰਦਰਲੀ ਕਾਲਖ, ਕਮੀਆਂ, ਆਈਆਂ, ਕਮੀਨਗੀਆਂ ਤੇ ਜਿਹੜੀਆਂ ਕਾਲਖਾਂ ਨੇ, ਉਹਨਾਂ ਨੂੰ ਮਿਟਾਉਣਾ ਹੁੰਦਾ ਹੈ। ਉਹ ਧੁੱਪ, ਔਰ ਇਹ ਧੁੱਪ ਸਿਰਫ ਕੱਲੀ ਧੁੱਪ ਨਹੀਂ ਹੁੰਦੀ, ਇਹ ਜੀਵਨਦਾਨੀ ਵੀ ਹੈ। ਧੁੱਪ ਦੇ ਨਾਲ ਹੀ ਸਾਰੀ ਬਨਸਪਤੀ ਮੌਲਦੀ ਹੈ, ਧੁੱਪ ਦੇ ਨਾਲ ਹੀ ਪੌਦੇ, ਪੇੜ ਪੌਦੇ ਜਿਹੜੇ ਵੱਧਦੇ ਫੁੱਲਦੇ ਨੇ। ਸੋ ਧੁੱਪ ਦੇ ਨਾਲ ਬਹੁਤ ਸਾਰੀਆਂ ਕਿਰਿਆਵਾਂ ਜੁੜੀਆਂ ਹੋਈਆਂ ਨੇ, ਭਾਵੇਂ ਉਹ ਦਰਖਤਾਂ ਦਾ ਵਧਣਾ ਹੋਵੇ, ਮਨੁੱਖ ਦਾ ਵਧਣਾ ਹੋਵੇ, ਹਰ ਚੀਜ਼ ਜਿਹੜੀ ਉਹ ਧੁੱਪ ਦੇ ਨਾਲ ਜੁੜੀ ਹੋਈ ਹੈ। ਸੋ ਮੇਰਾ ਮਕਸਦ ਜਿਹੜਾ ਹੁੰਦਾ, ਭਾਵੇਂ ਧੁੱਪ ਦੀਆਂ ਕਣੀਆਂ ਤੁਸੀਂ ਲੈ ਲਓ, ਇਹ ਪੂਰੀ ਕਿਤਾਬ ਹੈ ਜੀ ਧੁੱਪ ਦੀਆਂ ਕਣੀਆਂ। ਇਹਦਾ ਤਾਂ ਪਹਿਲਾ ਆਰਟੀਕਲ ਧੁੱਪ ਦੀਆਂ ਕਣੀਆਂ, ਪਰ ਉਹਦੇ ਵਿੱਚ ਮੈਂ ਸਿਰਫ ਇਹੋ, ਮੇਰਾ ਮਕਸਦ ਹੁੰਦਾ ਕਿ ਨਹੀਂ ਯਾਰ, ਤੁਸੀਂ ਛੋਟੇ ਜਿਹੇ ਦਾਇਰੇ 'ਚ ਕਿਉਂ ਕਿਸੇ ਚੀਜ਼ ਨੂੰ। ਔਰ ਇੱਕ ਤੁਸੀਂ ਹੋਰ ਨੋਟ ਕੀਤਾ ਹੋਣਾ ਕਿ ਜਿਹੜੇ ਮੇਰੇ ਆਰਟੀਕਲ ਨੇ ਜੀ, ਉਹਨਾਂ ਦੇ ਵਿੱਚ ਨਾ ਉਹ ਸਮਾਂ ਸੀਮਾ ਦੇ ਵਿੱਚ ਉਹਨਾਂ ਨੂੰ ਬੰਨ੍ਹ ਨਹੀਂ ਸਕਦੇ। ਇਹ ਹਰ ਸਮੇਂ ਦੇ ਵਿੱਚ ਹੀ ਰੈਲੀਵੈਂਟ ਰਹਿਣਗੇ। ਮੇਰਾ ਕੋਸ਼ਿਸ਼ ਇਹ ਹੈ ਕਿ ਯਾਰ ਕੁਛ ਜੇ ਅੱਖਰ, ਕੁਛ ਤੁਹਾਨੂੰ ਰੱਬ ਨੇ ਸਮਰਥ ਦਿੱਤੀ ਹੈ, ਕੁਝ ਇਹੋ ਜਿਹੇ ਅੱਖਰ ਲਿਖ ਜਾਓ ਜਿਹੜੇ ਸਮਾਂ ਸੀਮਾ ਦੇ ਨਾਲ ਨਾ ਵੱਜੇ ਰਹਿਣ। ਇਹ ਹਰ ਸਮੇਂ ਦੇ ਵਿੱਚ ਇਹਨਾਂ ਦੀ ਰੈਲੀਵੈਂਸ ਜਿਹੜੀ ਹੈ, ਇਹਨਾਂ ਦੀ ਬਣੀ ਰਵੇ, ਤਾਂ ਕਿ ਇਹ ਜੇ ਅੱਖਰ ਜਿਉਂਦੇ ਰਹੇ ਤੇ ਅਸੀਂ ਵੀ ਕਿਤੇ ਨਾ ਕਿਸੇ ਅੱਖਰਾਂ ਦੇ ਰਾਹੀਂ ਜਿਉਂਦੇ ਰਹਾਂਗੇ। ਜੇ ਅੱਖਰ ਮਰ ਗਏ ਤੇ ਫਿਰ ਜ਼ਿੰਦਗੀ ਨੇ ਵੀ ਜਿਉਣ ਜੋਗਾ ਨਹੀਂ ਰਹਿਣਾ। ਇਹ ਅੱਖਰ ਹੀ ਹੁੰਦੇ ਨੇ ਜੋ ਸਾਡੇ ਸੋਚ ਵਿੱਚ ਜੀਵਨ ਜੋਤ ਧਰਦੇ ਨੇ, ਔਰ ਜੀਵਨ ਵਿੱਚੋਂ ਹੀ ਅਸੀਂ ਜ਼ਿੰਦਗੀ ਨੂੰ ਨਵੇਂ ਅਰਥ ਦੇਣੇ ਹੁੰਦੇ ਆ। ਡਾਕਟਰ ਸਾਹਿਬ ਤੁਸੀਂ ਨਾ ਬਹੁਤ ਵਧੀਆ, ਪਰ ਆਹ ਜਿਹੜਾ ਥਾਟ ਪ੍ਰੋਸੈਸ ਆ, ਜਿੱਥੋਂ ਤੁਸੀਂ ਆ ਸਾਰੀਆਂ ਰਚਨਾਵਾਂ ਲਿਖਦੇ ਹੋ, ਸਮਝਣ ਨੂੰ ਟਾਈਮ ਲੱਗਦਾ, ਮੈਨੂੰ ਲੱਗਿਆ ਟਾਈਮ। ਔਰ ਡਾਕਟਰ ਸਾਹਿਬ ਉਹ ਜਿਹੜਾ ਥਾਟ ਪ੍ਰੋਸੈਸ ਹੈ, ਕੁਦਰਤ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਇਹ ਮੈਂ ਇਹਦੇ ਵਿੱਚ ਐਜੂਕੇਸ਼ਨ ਮੇਰੇ ਖਿਆਲ ਨਹੀਂ ਜ਼ਿਆਦਾ ਵੱਡਾ ਰੋਲ ਪਲੇ ਕਰਦੀ। ਕੁਦਰਤ ਮੈਂ ਦੇਖਿਆ ਕਿ ਘੱਟ ਪੜ੍ਹੇ ਲਿਖੇ ਵੀ ਉਸ ਥਾਟ ਪ੍ਰੋਸੈਸ 'ਚ ਆ ਜਾਂਦੇ ਕਿ ਮੈਂ ਇਸ ਰੋਸ਼ਨ ਦਿਮਾਗ ਨਾਲ ਰਹਿਣਾ ਕਿ ਆਪਦੇ ਵੱਲੋਂ ਬੈਸਟ ਕਰਨਾ, ਉਸ ਤੋਂ ਬਾਅਦ ਜੇ ਨਹੀਂ ਤਾਂ ਉਸ ਚੀਜ਼ ਛੱਡ ਕੇ ਅੱਗੇ ਚਲੇ ਜਾਣਾ। ਪਰ ਮੈਂ ਕਈ ਵਰਸਟ ਜਿਹੜੇ ਬਹੁਤ ਪੜ੍ਹੇ ਲਿਖੇ ਆ, ਪਰ ਉਹ ਸੋਚਦੇ ਰੈਗੂਲਰ ਦੁਨੀਆਦਾਰੀ 'ਚ ਈਗੋ ਤੇ ਗੁੱਸਾ, ਉਹ ਉਸ ਨੂੰ ਤਿਆਗਣ 'ਚ ਬਹੁਤ ਨਾਕਾਮਯਾਬ ਰਹਿੰਦੇ ਆ ਕਿਤੇ ਨਾ ਕਿਤੇ। ਮੈਨੂੰ ਲੱਗਦਾ ਕੁਦਰਤ ਵੀ ਰੋਲ ਪਲੇ ਕਰਦੀ ਹੈ ਇਸ ਥਾਟ ਪ੍ਰੋਸੈਸ 'ਚ ਆਉਣ ਨੂੰ। ਦਰਅਸਲ ਜੀ ਇਹ ਕੁਦਰਤ ਵੀ ਕਰਦੀ ਆ, ਤੁਹਾਡਾ ਆਲਾ ਦੁਆਲਾ ਵੀ ਕਰਦਾ ਹੈ, ਪਰ ਪਲੱਸ ਤੁਹਾਨੂੰ ਵਿਰਾਸਤ ਵਿੱਚੋਂ ਕੀ ਮਿਲਿਆ ਹੈ ਇਹ ਵੀ ਕਰਦਾ ਹੈ। ਪਲੱਸ ਤੁਸੀਂ ਕਿਸ ਤਰ੍ਹਾਂ ਦੀ ਕੰਪਨੀ ਵਿੱਚ ਰਹਿੰਦੇ ਹੋ, ਕਿਸ ਤਰ੍ਹਾਂ ਦਾ ਪੜ੍ਹਦੇ ਹੋ, ਕਿਸ ਤਰ੍ਹਾਂ ਦਾ ਤੁਹਾਡਾ ਨਜ਼ਰੀਆ ਬਣ ਜਾਂਦਾ ਹੈਗਾ ਜ਼ਿੰਦਗੀ ਪ੍ਰਤੀ, ਇਹ ਸਾਰੀਆਂ ਗੱਲਾਂ ਜਿਹੜੀਆਂ ਨਿਰਧਾਰਿਤ ਕਰਦੀਆਂ ਨੇ। ਹੁਣ ਤੁਸੀਂ ਕਿ ਇਹ ਬੜਾ ਇੰਟਰਸਟਿੰਗ ਤੁਸੀਂ ਕੁਐਸਚਨ ਪੁੱਛਿਆ ਕਿ ਮੈਂ ਕਲਾਸ ਵਿੱਚ ਤਾਂ ਨਿਊਕਲੀਅਰ ਸਾਇੰਸ ਪੜ੍ਹਾਉਣਾ ਹੈ ਜਾਂ ਫਿਜ਼ਿਕਸ ਪੜ੍ਹਾਉਣਾ ਹੈਗਾ, ਮੇਰਾ ਦਿਮਾਗ ਉਸ ਪਾਸੇ ਚੱਲਦਾ ਹੈਗਾ। ਪਰ ਮੇਰਾ ਇੱਕ ਸਬਕੌਂਸ਼ੀਅਸ ਮਾਈਂਡ ਜਿਹੜਾ ਹੈਗਾ, ਉਹ ਕਿਤੇ ਨਾ ਕਿਤੇ ਮੇਰੇ ਜੇ ਮਨ ਦੇ ਵਿੱਚ ਕੋਈ ਵੀ ਟੌਪਿਕ ਜਾਂ ਕੋਈ ਖਿਆਲ ਆ ਜਾਂਦਾ ਤਾਂ ਫਿਰ ਮੈਂ ਉਹ ਸਬਕੌਂਸ਼ੀਅਸ ਮਾਈਂਡ ਵਿੱਚ ਚੱਲਦਾ ਰਹਿੰਦਾ। ਇਟਸ ਅ ਕੰਟੀਨਿਊਸ ਪ੍ਰੋਸੈਸ ਜਿਹੜੀ ਉਹ ਚੱਲਦੀ ਰਹਿੰਦੀ ਹੈ। ਜਦੋਂ
overflow ਹੋ ਜਾਂਦਾ, then I sit on the laptop. And it is just a matter of ਮੈਨੂੰ ਕਈ ਬੜੇ ਹੈਰਾਨੀ ਨਾਲ ਪੁੱਛਦੇ, ਯਾਰ ਤੁਸੀਂ ਇੰਨੀ ਜਲਦੀ ਆਰਟੀਕਲ 1.5 ਘੰਟੇ ਜਾਂ 2 ਘੰਟੇ 'ਚ ਕਿੱਦਾਂ ਲਿਖ ਲੈਂਦੇ? ਮੈਂ ਕਹਿੰਦਾ ਯਾਰ ਇਟ ਇਜ਼ ਇਹ ਕੁਦਰਤ ਦਾ ਕੋਈ ਦੇਣ ਹੈਗੀ ਆ, ਵਾਲਾ ਨਹੀਂ, ਔਰ ਇਹ ਫਲੋ ਹੁੰਦਾ ਜੀ। ਮੈਂ ਮੁੜ ਕੇ ਤੇ ਮੈਂ ਸਪੈਲਿੰਗ ਹੀ ਠੀਕ ਹੀ ਕਰਦਾ, ਮੁੜ ਕੇ ਉਹ ਸਾਰਾ ਆਰਟੀਕਲ ਇੱਕੋ ਹੀ ਸਿਟਿੰਗ ਦੇ ਵਿੱਚ ਜਿਹੜਾ ਉਹ ਕੰਪਲੀਟ ਹੋ ਜਾਂਦਾ ਹੈਗਾ। ਜੀ 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 ਜੀ, ਆਪਾਂ ਇਹਦੇ ਉੱਤੇ ਹੋਰ ਵੀ ਗੱਲ ਕਰਾਂਗੇ। ਨਾਲੇ ਹੁਣ ਨੈਕਸਟ ਜਿਹੜਾ ਸੈਗਮੈਂਟ ਹੈ, ਆਪਾਂ ਤੁਹਾਡੀ ਇੱਕ ਰਚਨਾ ਹੈ ਪ੍ਰਵਾਸ, ਉਹ ਮੇਰੇ ਬੜੇ ਦਿਲ ਨੂੰ ਲੱਗੀ, ਮੈਂ ਉੱਤੇ ਵੀ ਗੱਲ ਕਰੂੰਗਾ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਡਾਕਟਰ ਗੁਰਬਖਸ਼ ਸਿੰਘ ਪੰਡਾਲ। ਸਾਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਡਾਕਟਰ ਗੁਰਬਖਸ਼ ਸਿੰਘ ਪੰਡਾਲ, ਜਿਹੜੇ ਕਿ ਕਲੀਵਲੈਂਡ ਓਹਾਇਓ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਫਿਜ਼ਿਕਸ ਦੇ। ਤੇ ਪਰ ਸਲੂਟ ਕਰਨਾ ਬਣਦਾ, ਇੱਕ ਸਾਈਕੋਲੋਜਿਸਟ ਵੀ ਬਹੁਤ ਚੰਗੇ ਬਣ ਸਕਦੇ ਆ। ਪਰ ਡਾਕਟਰ ਸਾਹਿਬ, ਸਵਾਗਤ ਤੁਹਾਡਾ ਫੇਰ ਬ੍ਰੇਕ ਤੋਂ ਬਾਅਦ। ਹੁਣ ਆਪਾਂ ਚੱਲੀਏ ਕਿ ਤੁਹਾਡੀ ਜਿਹੜੀ ਰਚਨਾ ਇੱਕ ਹੈਗੀ ਹੈ ਪ੍ਰਵਾਸ, ਸ਼ਾਇਦ ਤੁਸੀਂ ਉਹ ਪਾਰਟ ਆਫ ਸੜਕਨਾਮਾ ਦਾ ਉਹ ਇੱਕ ਪਾਰਟ ਸੀਗਾ ਸ਼ਾਇਦ, ਜਿੱਥੇ ਮੇਰਾ ਖਿਆਲ ਹੈ। ਮੈਨੂੰ ਇਹ ਦੱਸੋ ਵੀ ਉਸ ਟਾਈਮ ਬ੍ਰੇਨ ਦੇ ਵਿੱਚ ਕੀ ਥਾਟ ਪ੍ਰੋਸੈਸ ਕੀ ਚੱਲ ਰਿਹਾ ਜਦੋਂ ਆ ਲਿਖਿਆ ਪ੍ਰਵਾਸ? ਮੈਨੂੰ ਹੁਣ ਵੈਸੇ ਮੈਨੂੰ ਯਾਦ ਨਹੀਂ ਆ ਰਿਹਾ, ਪਰ ਕੈਨੇਡਾ ਨੂੰ ਦੇ ਸੰਦਰਭ ਦੇ ਵਿੱਚ ਸੀਗਾ ਮੇਰੇ ਖਿਆਲ। ਪ੍ਰਵਾਸੀ ਪਹਿਲਾਂ ਇੱਕ ਕਿਤਾਬ ਮੇਰੀ ਹੈਗੀ ਹੈ ਪ੍ਰਵਾਸ, ਉਸ ਸੰਬੰਧ ਵਿੱਚ ਸੀਗੀ। ਹਾਂਜੀ ਹਾਂਜੀ। ਦਰਅਸਲ ਜੀ ਪ੍ਰਵਾਸ ਜਿਹੜਾ ਹੈਗਾ ਨਾ, ਇਹ ਤਾਂ ਹੁਣ ਮੈਨੂੰ ਯਾਦ ਨਹੀਂ ਆ ਰਿਹਾ, ਪਰ ਮੈਂ ਤੁਹਾਨੂੰ ਸਿੰਪਲੀ ਇੱਕ ਜਿਹੜੀ ਉਹ ਗੱਲ ਦੱਸਦਾ। ਪ੍ਰਵਾਸ ਸਿਰਫ ਤੇ ਸਿਰਫ ਜਿਹੜਾ ਹੈਗਾ ਨਾ ਜੀ, ਮੈਂ ਅੱਜ ਵੀ ਗੱਲ ਕਰ ਰਿਹਾ ਸੀ ਵੀ ਪ੍ਰਵਾਸ ਜਿਹੜਾ ਹੁੰਦਾ ਸਿਰਫ ਅਸੀਂ ਕਈ ਵਾਰ ਮਾਇਕ ਲਾਭਾਂ ਵਾਸਤੇ ਨਹੀਂ ਅਸੀਂ ਪ੍ਰਵਾਸ ਕਰਦੇ, ਕਈ ਹੋਰ ਕਾਰਨ ਵੀ ਪ੍ਰਵਾਸ ਦੇ ਜਿਹੜੇ ਹੁੰਦੇ ਨੇ ਸਾਡੇ, ਠੀਕ ਨਹੀਂ? ਔਰ ਉਹ ਪ੍ਰਵਾਸ ਜਿਹੜਾ ਹੁੰਦਾ, ਜਦੋਂ ਅਸੀਂ ਪ੍ਰਵਾਸ ਕਰਦੇ ਨਾ ਜੀ, ਮੈਂ ਕੈਨੇਡਾ ਦੇ ਵਿੱਚ ਨਾ ਇੱਕ ਮੈਂ ਤੁਹਾਨੂੰ ਬੜੀ ਪਿਆਰੀ ਇਨਸੀਡੈਂਟ ਹੈ ਨਾ, ਉਹਦੇ ਵਿੱਚ ਤੁਹਾਨੂੰ ਸਾਰੇ ਅਰਥ ਨਿਕਲ ਆਉਣਗੇ। ਉਹ ਸੀਗਾ ਡਿਕਸੀ ਡੇਅਰੀ ਮੁੱਲਾਂਪੁਰ। ਜੀ ਜੀ, ਯਾਦ ਹੈ, ਯਾਦ ਡਿਕਸੀ ਡੇਅਰੀ ਮੁੱਲਾਂਪੁਰ ਯਾਦ ਹੈ। ਉਹ ਡਿਕਸੀ ਗੁਰਦੁਆਰਾ ਸਾਹਿਬ ਦੇ ਸੰਦਰਭ ਦੇ ਵਿੱਚ ਸੀਗੀ। ਉੱਥੋਂ ਬੱਸ, ਇੱਕ ਕੋਈ ਬੱਸ ਡਰਾਈਵਰ ਦਾ। ਹਾਂਜੀ, ਤੁਸੀਂ ਚਾਨਣਾ ਪਾਓ। ਮੈਂ ਤੁਹਾਨੂੰ ਦੱਸਦਾ ਜੀ। ਹਾਂਜੀ ਹਾਂਜੀ। ਉਹ ਕੈਨੇਡਾ ਵਿੱਚ ਸੀਗਾ ਜੀ। ਮੈਂ ਉਹ ਨਾ ਆਪਣੀ ਪ੍ਰਵਾਸੀ ਅਖਬਾਰ ਦੇ ਵਿੱਚੋਂ ਆ ਰਿਹਾ ਸੀ ਘਰ ਨੂੰ, ਤੇ ਸ਼ਾਮ ਦਾ ਵਕਤ ਸੀ, 8:30 ਵਜੇ ਦਾ। ਤੇ ਇੱਕ ਪੰਜਾਬੀ ਆਪਣਾ ਬੰਦਾ, ਮਤਲਬ ਕਿ ਉਹਨੇ ਥੋੜੀ ਜਿਹੀ ਸ਼ਰਾਬ ਵੀ ਪੀਤੀ ਹੋਈ ਸੀ। ਉਹ ਡਰਾਈਵਰ ਪੰਜਾਬੀ 'ਚ ਕਹਿ ਰਿਹਾ ਸੀਗਾ ਕਿ ਯਾਰ ਉਹ ਪੁੱਛਦਾ ਤੂੰ ਕਿੱਥੇ ਜਾਣਾ? ਉਹ ਕਹਿੰਦਾ ਜੀ ਮੈਂ ਡਿਕਸੀ ਡੇਅਰੀ ਮੁੱਲਾਂਪੁਰ ਜਾਣਾ। ਅੱਛਾ, ਡਰਾਈਵਰ ਕਵੇ ਡਿਕਸੀ ਡੇਅਰੀ ਇੰਟਰਸੈਕਸ਼ਨ ਤਾਂ ਹੈਗਾ ਵੀ ਮੈਂ ਉਹ ਗੋਰਾ ਸੀਗਾ, ਤੇ ਮੁੱਲਾਂਪੁਰ ਕਿੱਥੋਂ ਵਿੱਚ ਆ ਗਿਆ ਜੀ? ਕੁੜੀ ਉਹਨੂੰ ਪੁੱਛੇ ਵੀ ਤੂੰ ਕਿੱਥੇ ਜਾਣਾ? ਉਹ ਕਹਿੰਦਾ ਜੀ ਡਿਕਸੀ ਡੇਅਰੀ ਮੁੱਲਾਂਪੁਰ। ਐਂਡ ਆਈ ਵਾਸ ਥਿੰਕਿੰਗ ਅਬਾਊਟ ਬੰਦੇ ਦੀ ਸਾਈਕੀ ਕੀ ਕਹਿ ਰਹੀ ਹੈ। ਦਰਅਸਲ ਉਹ ਨਾਲ ਕਹੀ ਜਾਵੇ ਬਸ ਤੂੰ ਮੈਨੂੰ ਮੁੱਲਾਂਪੁਰ ਉਤਾਰ ਦੀ, ਉੱਥੋਂ ਮੇਰਾ ਦੋਸਤ ਹੈਗਾ, ਮੈਂ ਬੋਪਾਰਾਏ ਚਲੇ ਜਾਣਾ ਹੈਗਾ, ਤੇ ਮੇਰਾ ਪਿੰਡ ਮੈਂ ਜਾ ਕੇ ਆਪਣੇ ਘਰ ਜਾਣਾ ਹੈਗਾ। ਤਾਂ ਮੈਂ ਉਹ ਸਾਈਕੀ ਮਰ ਕੇ ਤੁਸੀਂ ਅੰਦਾਜ਼ਾ ਲਾ ਲਓ ਵੀ ਉਸ ਬੰਦੇ ਦੀ ਸਾਈਕੀ ਕੀ ਹੋਏਗੀ ਕਿ ਉਹ ਆਪਣੇ ਪਿੰਡ ਜਾਣਾ ਲੋਚਦਾ ਹੈ, ਆਪਣਾ ਮੁੱਲਾ ਚਾਹੁੰਦਾ ਹੈ, ਲੁਧਿਆਣੇ ਦੇ ਲਾਗੇ ਹੈ, ਔਰ ਮੁੱਲਾਂਪੁਰ ਤੋਂ ਕਹਿੰਦਾ ਕਿ ਮੈਂ ਬੱਸ ਲੈ ਕੇ, ਟੈਕਸੀ ਲੈ ਕੇ ਆਪਣੇ ਪਿੰਡ ਬੋਪਾਰਾਏ ਜਾਣਾ ਹੈਗਾ। ਤੋ ਵਾਟ ਇਜ਼ ਦਿਸ? ਮਤਲਬ ਕਿ ਇਹ ਅਸੀਂ ਇੱਥੇ ਰਹਿੰਦੇ ਹੋਏ ਵੀ ਅਸੀਂ ਆਪਣੀਆਂ ਜੜ੍ਹਾਂ ਨਾਲ, ਆਪਣੇ ਪਿੰਡ ਨਾਲ, ਆਪਣੇ ਅਤੀਤ ਨਾਲ, ਆਪਣੇ ਬੱਚੇ ਨਾਲ, ਆਪਣੀਆਂ ਗਲੀਆਂ ਔਰ ਖੂਹਾਂ ਨਾਲ ਅਸੀਂ ਜਿਉਂਦੇ ਹਾਂ, ਜੁੜੇ ਰਹਿੰਦੇ ਹਾਂ। ਅਸੀਂ ਉਹਨੂੰ ਮਨ ਦੇ ਵਿੱਚੋਂ ਨਹੀਂ ਕੱਢ ਸਕਦੇ। ਔਰ ਉਹ ਜਿਹੜੀ ਘਟਨਾ ਸੀਗੀ ਨਾ ਜੀ, ਉਸਨੇ ਮੈਨੂੰ ਸੱਚੀ ਮੁੱਚੀ ਬਹੁਤ ਪ੍ਰਭਾਵਿਤ ਕੀਤਾ। ਔਰ ਉਹਦੇ ਵਿੱਚੋਂ ਤੁਸੀਂ ਬੜੀਆਂ ਉਹਦੀਆਂ ਮਾਨਸਿਕ ਪਰਤਾਂ ਫਰੋਲ ਸਕਦੇ। ਕੋਈ ਬੰਦਾ ਇੱਥੇ ਰਹਿੰਦਾ ਹੋਇਆ ਵੀ ਉਹ ਇਸ ਵੇਲੇ ਮੁੱਲਾਂਪੁਰ ਦੇ ਵਿੱਚ ਫਿਰ ਰਿਹਾ ਹੈਗਾ, ਜਾਂ ਉਹ ਕਹਿ ਰਿਹਾ ਹੈਗਾ। ਔਰ ਅਲਟੀਮੇਟਲੀ ਕੀ ਹੋਇਆ ਕਿ ਉਹ ਬੰਦਾ ਉਹ ਡਿਕਸੀ ਡੇਅਰੀ ਇੰਟਰਸੈਕਸ਼ਨ ਤੇ ਨਹੀਂ ਉਤਰਿਆ, ਅੱਗੇ ਜਾ ਕੇ ਫਿਰ ਉਹ ਉਤਰਿਆ। ਔਰ ਮੈਂ ਬੜਾ ਹੈਰਾਨ ਸੀ ਕਿ ਬੰਦਿਆ ਹੁਣ ਮਤਲਬ ਕਿ ਇਹਦੇ ਅੰਦਰ ਕੀ ਚੱਲ ਰਿਹਾ ਹੈ ਤੇ ਬਾਹਰ ਕੀ ਹੋ ਰਿਹਾ ਹੈ ਤੇ ਕਿੱਥੇ ਤੁਰਿਆ ਫਿਰ ਰਿਹਾ ਹੈਗਾ। ਸੋ ਇਹ ਸਾਡੀ ਮਾਨਸਿਕਤਾ ਹੈ, ਕਿਉਂਕਿ ਅਸੀਂ ਪ੍ਰਵਾਸ ਹੰਡਾਉਂਦੇ ਹੋਏ ਵੀ ਅਸੀਂ ਆਪਣੇ ਪਿੰਡ, ਆਪਣੀਆਂ ਰੂਟਸ ਤੋਂ ਦੂਰ ਨਹੀਂ ਜਾ ਸਕਦੇ ਅਸੀਂ। ਜੀ ਜੀ ਜੀ, ਮੈਂ ਡਾਕਟਰ ਸਾਹਿਬ ਇਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ, ਜੇ ਤੁਸੀਂ ਥੋੜ੍ਹਾ ਜਿਹਾ ਇਹਨੂੰ ਝਾਤ ਮਾਰੋ ਨਾ, ਦੋ ਤਰ੍ਹਾਂ ਦੇ ਵਿਚਾਰ ਆ ਜਾਂਦੇ। ਗੱਲ ਫਿਰ ਉਸੇ ਪਲ ਦੀ ਆ ਗਈ ਜਿਹੜੀ ਸ਼ੀਰ ਬੰਗਰਤਾ ਦੀ ਗੱਲ ਕਰਦੇ ਤੁਸੀਂ।
ਉਸ ਪਲ ਦੀ ਆ ਗਈ। ਉਸ ਪਲ ਦੇ ਵਿੱਚ ਦੋ ਤਰ੍ਹਾਂ ਦੇ ਵਿਚਾਰ ਆਏ ਉਹਦੇ ਵਿੱਚੋਂ ਕਿ ਉਹ ਬੰਦਾ, ਇੱਕ ਤਾਂ ਬੰਦਾ ਆਮ ਬੰਦਾ ਸੋਚ ਲੈਂਦਾ ਵੀ ਇਹ ਖਾਧੀ ਪੀਤੀ ਹੈ, ਇਹਨੂੰ ਸੀਰੀਅਸ ਨਾ ਲਓ, ਠੀਕ ਹੈ। ਇੱਕ ਤੁਹਾਡੇ ਵਰਗਾ ਜਿਹੜਾ ਬਹੁਤ ਹੀ ਅੰਦਰੋਂ ਜਿਹੜਾ ਚਿੰਤਨ ਕਰਦਾ ਰਹਿੰਦਾ ਆ, ਉਹਨੇ ਇਹ ਸੋਚਿਆ ਕਿ ਨਹੀਂ, ਇਹ ਸਬਕੌਂਸ਼ੀਅਸ ਮਾਈਂਡ ਦੇ ਵਿੱਚ, ਚਾਹੇ ਉਹਨੇ ਡਰਿੰਕ ਕੀਤੀ ਆ, ਉਹ ਉਹਦਾ ਪਰਸਨਲ ਮੈਟਰ ਹੈ, ਨਹੀਂ ਕਰਨੀ ਚਾਹੀਦੀ ਸੀ ਪਬਲਿਕ ਪਲੇਸ 'ਤੇ, ਆਪਾਂ ਉਹਨੂੰ ਛੱਡ ਦਿੰਦੇ ਉਸ ਗੱਲ ਨੂੰ, ਪਰ ਤੁਸੀਂ ਉਹਦੀ ਜਿਹੜੀ ਬ੍ਰੇਨ ਪ੍ਰੋਸੈਸ ਆ, ਉਹਦੀ ਥਾਟ ਪ੍ਰੋਸੈਸ ਆ, ਉਹਨੂੰ ਕੈਚ ਕੀਤਾ ਕਿ ਨਹੀਂ, ਬੰਦਾ ਆਪਦੇ ਪਿੰਡ, ਆਪਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਆਪਦੇ ਪਿੰਡ ਜਾਣਾ ਚਾਹੁੰਦਾ, ਆਪਦੇ ਘਰ ਜਾਣਾ ਚਾਹੁੰਦਾ, ਰਾਈਟ। ਦੋ ਗੱਲਾਂ ਹੋ ਗਈਆਂ। ਉਹਦੇ ਵਿੱਚ ਇਹ ਹੁੰਦਾ ਕਿ ਡਾਕਟਰ ਸਾਹਿਬ ਕਿ ਫਿਰ ਦੋ ਉੱਥੇ ਆ ਜਾਂਦੇ ਕਿ ਇੱਕ ਤਾਂ ਉਹ ਆਪਾਂ ਲਾ ਲਈ ਕਿ ਡਰਿੰਕ ਕੀਤੀ, ਦੂਜਾ ਕਿਤੇ ਨਾ ਕਿਤੇ ਉਹ ਬੰਦਾ ਦੁਖੀ ਵੀ ਹੋਊਗਾ ਕਿਸੇ ਗੱਲੋਂ, ਅਤੇ ਜਦੋਂ ਬੰਦਾ ਦੁਖੀ ਹੁੰਦਾ ਨਾ, ਸਾਰ ਤੋਂ ਪਹਿਲਾਂ ਉਹਨੂੰ ਆਪਦਾ ਘਰ ਯਾਦ ਆਉਂਦਾ, ਮਾਂ ਬਾਪ ਤੇ ਘਰ। ਮੰਨਦੇ ਹੋ ਤੁਸੀਂ ਇਸ ਗੱਲ ਨੂੰ? ਕੀ ਕਹਿਣਾ ਚਾਹੋਗੇ? ਜੀ ਪਹਿਲਾਂ ਮਾਂ ਯਾਦ ਹੁੰਦੀ ਹੈ, ਫਿਰ ਉਹਨੂੰ ਘਰ ਯਾਦ ਆਉਂਦਾ। ਜੀ ਜੀ, ਸਰਟਨਲੀ ਕਿਉਂਕਿ ਦਰਅਸਲ ਉਹਦੀ ਇੱਕ ਸਾਈਕੀ ਦੇ ਵਿੱਚ ਕੋਈ ਨਾ ਕੋਈ ਦਰਦ, ਕੋਈ ਨਾ ਕੋਈ ਪੀੜ, ਕੋਈ ਨਾ ਕੋਈ ਕਿਸੇ ਨੇ ਉਹਨੂੰ ਤੰਗ ਕੀਤਾ ਹੋਏਗਾ, ਜਾਂ ਉਹ ਘਰੋਂ ਤੰਗ। ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਉਹਦੇ ਵਿੱਚੋਂ ਉਹਨੂੰ ਇਸੇ ਗੱਲ ਨਾਲ ਰਾਹਤ ਮਿਲਦੀ ਸੀ ਕਿ ਮੈਂ ਮੁੱਲਾਂਪੁਰ ਚਲੇ ਜਾਵਾਂ, ਮੈਂ ਉੱਥੋਂ ਬੋਪਾ ਰਾਏ ਚਲੇ ਜਾਵਾਂ, ਕਿਉਂਕਿ ਉਹ ਇੱਕ ਸਕੂਨ ਚਾਹੁੰਦਾ ਸੀ, ਰਾਈਟ। ਉਹਨੂੰ ਕਿਸੇ ਨਾ ਕਿਸੇ ਇੱਕ ਮੋਢੇ ਦੀ ਲੋੜ ਸੀ। ਮੈਂ ਤੇ ਕਹਿੰਦਾ ਹੁੰਦਾ ਕਿ ਮੋਢੇ, ਜਿਸ ਮੋਢੇ ਤੇ ਸਿਰ ਰੱਖ ਕੇ ਉਹ ਰੋ ਸਕਦਾ ਹੋਵੇ, ਆਪਣਾ ਦੁੱਖ ਦਰਦ ਕਹਿ ਸਕਦਾ ਹੋਵੇ, ਔਰ ਉਹ ਦੁੱਖ ਦਰਦ ਨੂੰ ਦੱਸ ਕੇ ਹੀ ਉਹਨੇ ਆਪਣੇ ਆਪ ਨੂੰ ਜਿਹੜਾ ਹੌਲਾ ਮਹਿਸੂਸ ਕਰਨਾ ਸੀ। ਸੋ ਉਹ ਸਰਟਨਲੀ ਮੁੱਲਾਂਪੁਰ ਕਹਿ ਰਿਹਾ ਸੀ ਨਾ, ਤਾਂ ਉਹ ਥੋੜੀ ਉਹਨੂੰ ਰਾਹਤ ਮਿਲ ਰਹੀ ਸੀ ਕਿ ਯਾਰ ਮੈਂ ਮੁੱਲਾਂਪੁਰ ਜਾ ਰਿਹਾ ਹੈਗਾ, ਮੈਂ ਹੁਣ ਮੁੱਲਾਂਪੁਰ ਜਾ ਰਿਹਾ। ਉਹ ਤਾਂ ਹੀ ਉਹ ਤੇਰੀ ਮੁੱਲਾਂਪੁਰ ਕਹਿ ਰਿਹਾ ਸੀਗਾ, ਕਿਉਂਕਿ ਉਹਨੂੰ ਲੱਗਦਾ ਸੀ ਕਿ ਨਹੀਂ ਯਾਰ ਹੁਣ ਮੈਂ ਮੁੱਲਾਂਪੁਰ ਚਲੇ ਜਾਣਾ ਹੈਗਾ। ਸੋ ਸਰਟਨਲੀ ਤੁਹਾਡੇ ਕਿ ਉਹਦੀ ਪੀੜਾ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਫਿਰ ਉੱਭਰ ਕੇ ਆਉਂਦੀਆਂ ਨੇ, ਕਿਉਂਕਿ ਬੰਦਾ ਫਿਰ ਕੋਈ ਨਾ ਕੋਈ ਰਾਹਤ ਦੀ ਲੋੜ ਮੰਗ ਕਰਦਾ ਹੈ। ਸੋ ਤੁਹਾਡੀ ਗੱਲ ਡਾਕਟਰ ਸਾਹਿਬ, ਮੈਂ ਹੋਰ ਇੱਥੋਂ ਦੇ ਪ੍ਰਵਾਸੀ ਵੀਰਾਂ ਦੇ ਵਿੱਚੋਂ ਹੀ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਇੱਕ ਬਹੁਤ ਪੜ੍ਹੇ ਲਿਖੇ ਸੱਜਣ ਨਾਲ ਮੇਰਾ ਵਾਸਤਾ ਪਿਆ, ਅਤੇ ਉਹ ਕਰੀਬ 40 ਸਾਲਾਂ ਤੋਂ ਇੱਥੇ ਰਹਿ ਰਹੇ ਹੈ, ਅਤੇ ਮੈਂ ਉਸ ਚੀਜ਼ ਨੂੰ ਬੜਾ ਸੋਚਿਆ ਕਿ ਇਹਦੇ ਵਿੱਚ ਚੀਜ਼ ਕੀ ਲੁਕੀ ਹੋਈ ਐਕਚੁਅਲੀ। ਉਹ ਵੈਲ ਸੈਟਲਡ ਨੇ ਇੱਥੇ, ਬੱਚੇ ਸਾਰੇ ਸੈਟਲਡ ਨੇ ਇੱਥੇ, ਕੋਈ ਨਹੀਂ ਹੈ ਪਿੱਛੇ। ਮਾਂ ਬਾਪ ਸਵਰਗਵਾਸ ਹੋ ਗਏ, ਜਿਹੜੇ ਘਰ 'ਚੋਂ ਪਲਿਆ ਵੱਡਾ ਹੋਇਆ, ਸਕੂਲ ਗਿਆ ਪਿੰਡ ਦੇ ਵਿੱਚ, ਭਰਾਵਾਂ ਦੀ ਵੰਡ ਆ, ਨੈਚੁਰਲੀ ਇਹ ਤਾਂ ਹੁੰਦੀ ਆ, ਠੀਕ ਹੈ। ਉਸੇ ਹੀ ਜਿਹੜਾ ਪਲਾਟ ਹੈ ਜਿੱਥੇ ਉਹਦਾ ਮੇਨ ਘਰ ਸੀਗਾ, ਉਹ ਜਿਹੜਾ ਮੇਨ ਸੀਗਾ ਉਹ ਢਾਹ ਕੇ ਛੋਟੇ ਭਰਾ ਨੇ ਆਪਦੀ ਹੋਰ ਬਣਾ ਲਈ। ਉਸੇ ਹੀ ਪਾਰਟ ਦੇ ਵਿੱਚ ਉਹਨੂੰ ਕਹਿੰਦਾ ਕਿ ਮੇਰੇ ਸਿਆਹ ਆ। ਤਾਂ ਫਿਰ ਮੈਂ ਉੱਥੇ ਜਾ ਕੇ ਜੀ ਉਹ ਮਕਾਨ ਬਣਾਉਣਾ ਉਹਨਾਂ ਨੇ ਸ਼ੁਰੂ ਕਰਤਾ, ਸਿਰਫ ਸਿੰਪਲ ਮਕਾਨ ਬਣਾਇਆ ਉਹਨਾਂ ਨੇ। ਅਤੇ ਮੈਂ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਤਾਂ ਮਹੀਨਾ ਜਾਂਦੇ ਹੋ ਜਾਂ 15 ਦਿਨ ਜਾਂਦੇ, ਤੁਸੀਂ ਕਿਉਂ ਬਣਾਇਆ ਉੱਥੇ? ਬਜ਼ੁਰਗ ਹੋ ਰਹੇ, ਤੁਹਾਡੇ ਬੱਚੇ ਇੱਥੋਂ ਦੇ ਜੰਪਲ ਹੈ। ਤਾਂ ਉਹਨਾਂ ਨੇ ਮੈਨੂੰ ਬੜਾ ਪਿਆਰਾ ਜਿਹਾ ਆਨਸਰ ਦਿੱਤਾ, ਅਤੇ ਉਹ ਆਨਸਰ ਨੇ ਮੈਨੂੰ ਅੰਦਰ ਤੱਕ ਝੰਜੋੜ ਦਿੱਤਾ। ਉਹ ਕਹਿੰਦੇ ਕਿ ਦੇਖ, ਚਾਹੇ ਮੈਂ ਇੱਕ ਦਿਨ ਲਈ ਜਾਵਾਂ ਜਾਂ 15 ਦਿਨਾਂ ਲਈ ਜਾਵਾਂ ਜਾਂ ਮਹੀਨੇ ਲਈ ਜਾਵਾਂ, ਮੈਂ ਉੱਥੇ ਜਾ ਕੇ ਆਪਦਾ ਮੰਜਾ ਆਪਦੇ ਘਰ ਵਿੱਚ ਡਾਉਣਾ ਚਾਹੁੰਦਾ, ਅਤੇ ਮੈਂ ਆਪਦੀ ਫੀਲਿੰਗ ਲੈ ਸਕਾਂ ਕਿ ਗੇਟ ਹੱਲੇ ਵੀ ਉਹੀ ਸਾਡਾ ਸਾਂਝਾ ਵੀ ਇੱਥੋਂ ਮੈਂ ਜਾਂਦਾ ਹੁੰਦਾ ਸੀ, ਮੇਰੀ ਮੰਮੀ ਮੈਨੂੰ ਪਰੌਂਠਾ ਦਿੰਦੀ ਹੁੰਦੀ ਸੀਗੀ, ਨਾਲ ਉਹ ਸਕੂਲ ਜਾਂਦਾ ਹੁੰਦਾ ਸੀ, ਅਤੇ ਮੈਂ ਵਾਪਸ ਆਉਂਦਾ ਹੁੰਦਾ ਸੀ। ਕਹਿੰਦਾ ਵੀ ਹੁਣ ਜਿੰਨੇ ਚਿਰ ਲਾਈਫ ਜਿੰਨੀ ਬਾਕੀ ਹੈ ਜ਼ਿੰਦਗੀ, ਪਰਮਾਤਮਾ ਨਾਲ ਨੂੰ ਲੰਮੀ ਉਮਰ ਦੇਵੇ, ਮੈਂ ਉਹਦੇ ਵਿੱਚ ਉਸ ਚਾਰ ਦੀਵਾਰੀ ਦੇ ਵਿੱਚ, ਹਾਲਾਂਕਿ ਜਿਹੜਾ ਜੱਦੀ ਆ ਤਾਂ ਹੋ ਗਿਆ ਕਿਸੇ ਦਾ, ਕਹਿੰਦਾ ਹੈ ਤਾਂ ਆਪਦਾ ਹੀ, ਪਰ ਆਪ ਦਾ ਆਲਣਾ। ਉਹਦੇ ਵਿੱਚੋਂ ਦੋ ਚੀਜ਼ਾਂ ਨਿਖਰ ਕੇ ਬਾਹਰ ਆਈਆਂ ਡਾਕਟਰ ਸਾਹਿਬ। ਇੱਕ ਕਿ ਮੈਂ ਭਰਾ ਵੀ ਕਿਸੇ ਦੇ ਘਰੇ ਨਹੀਂ ਰਹਿਣਾ, ਮੈਨੂੰ ਆਪ ਦਾ ਆਲਣਾ ਚਾਹੀਦਾ। ਇੱਕ ਜਿਹੜੇ ਵਿਹੜੇ ਦੇ ਵਿੱਚ ਮੈਂ ਵੱਡਾ ਹੋਇਆ, ਮੈਂ ਉਹਦੀ ਫੀਲਿੰਗ ਲੈ ਸਕਾਂ। ਦੋ ਚੀਜ਼ਾਂ ਆਈਆਂ ਜੀ। ਅਤੇ ਉਸ ਚੀਜ਼ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੇ ਲੋਕ ਬੱਧੇ ਹੋਏ, ਖਾਸ ਕਰਕੇ ਜੇ ਤੁਹਾਡੀ ਏਜ ਗਰੁੱਪ ਨੂੰ ਲੈ ਲਈਏ ਜਾਂ ਮੇਰੀ ਏਜ ਗਰੁੱਪ ਨੂੰ ਲੈ ਲਓ, ਕਿੰਨੇ ਲੋਕ ਬੰਦੇ ਹੋਏ ਆ। ਉਹ ਵੀ ਇੱਕ ਥਾਟ ਪ੍ਰੋਸੈਸ ਹੀ ਹੈ ਜੀ। ਮੈਂ ਕਹਿੰਦਾ ਔਰ ਬੜਾ ਸਕੂਨ ਦਿੰਦਾ ਇਹ ਚੀਜ਼ਾਂ, ਬਹੁਤ ਜ਼ਿਆਦਾ ਸਕੂਨ ਦਿੰਦਾ ਜੀ। ਮੈਂ ਨਾ ਮੇਰੇ ਫਾਦਰ ਸਾਹਿਬ ਦੀ 2019 ਦੇ ਵਿੱਚ ਡੈਥ ਹੋ ਗਈ ਜੀ, ਅਤੇ ਉਹਨਾਂ ਨੂੰ ਬ੍ਰੇਨ ਹੈਮਰੇਜ ਹੋਇਆ ਦੀ ਡੇ, ਉਹਨਾਂ ਨੂੰ ਬ੍ਰੇਨ ਹੈਮਰੇਜ ਹੁੰਦਾ ਦੀ ਨੈਕਸਟ ਡੇ ਮੈਂ ਚਲੇ ਗਿਆ। ਚਲੋ 15 ਦਿਨ ਰਹੇ ਨੇ। ਅੱਛਾ, ਹੁਣ ਗੱਲ ਇਹ ਜੀ ਵੀ ਉਹ ਹੁਣ ਪਿੰਡ ਦੇ ਨਾਲ ਜੁੜੇ ਹੋਏ ਸੀ। ਹੁਣ 3 ਸਾਲ ਮੈਂ ਨਹੀਂ ਜਾ ਸਕਿਆ, ਤੇ ਪਰ ਮੇਰੇ ਮਨ ਦੇ ਵਿੱਚ ਇਹ ਸੀਗਾ ਨਹੀਂ ਯਾਰ ਮੈਨੂੰ ਜਾਣਾ ਚਾਹੀਦਾ ਸੀਗਾ, ਕਰੋਨਾ ਕਰਕੇ ਮੈਂ ਨਹੀਂ ਜਾ ਸਕਿਆ। ਹੁਣ ਮਨ ਉਹ ਕਰਦਾ ਹੈਗਾ ਕਿ ਮੈਂ ਕਮ ਸੇ ਕਮ ਉਹ ਸਾਈਕਲ ਦੇਖਾਂ, ਜਿਸ ਸਾਈਕਲ ਦੇ ਬਾਪ ਮੇਰਾ ਸਾਈਕਲ ਚਲਾ ਕੇ ਜਾਂਦਾ ਹੁੰਦਾ ਸੀ, ਉਹਦੀ ਖੁੰਡੀ, ਉਹਦਾ ਚੁਗਿਰਦਾ, ਉਹ ਘਰ।
ਪਰ ਗੁਰਲਾਲ ਜੀ, ਇੱਕ ਜਿਹੜਾ ਅੱਜ ਕੱਲ੍ਹ ਦਾ ਅਜੋਕੇ ਸਮੇਂ ਦਾ ਸੱਚ ਇਹ ਵੀ ਆ ਕਿ ਅੱਜ ਆਪਣੇ ਹੀ ਆਪਣਿਆਂ ਲਈ ਕਬਰਾਂ ਪੁੱਟਦੇ ਨੇ ਤੇ ਆਪਣੇ ਹੀ ਆਪਣਿਆਂ ਲਈ ਸਿਵਿਆਂ ਦੀ ਬਾਲਣੀ ਬਣਾਉਣ ਵਿੱਚ ਕੋਈ ਮਰਕੀ ਦੇਰ ਨਹੀਂ ਲਾਉਂਦੇ। ਸੋ ਉਹ ਕਈ ਗੱਲਾਂ ਜਿਹੜੀਆਂ ਜਦੋਂ ਤੁਹਾਡੇ ਬਾਪ ਤੁਰ ਜਾਂਦਾ ਨਾ, ਤੁਹਾਡੇ ਕਈ ਵਾਰ ਰਿਸ਼ਤੇ ਤੜਕ ਜਾਂਦੇ ਨੇ, ਕਿਉਂਕਿ ਬਾਪ ਸੈਂਟਰ ਪੁਆਇੰਟ ਹੁੰਦਾ ਹੈਗਾ। ਔਰ ਉਹ ਟੁੱਟੇ ਹੋਏ ਰਿਸ਼ਤਿਆਂ ਦੀ ਜਿਹੜੀ ਚੀਜ਼ ਹੈ ਨਾ, ਉਹ ਬੰਦੇ ਨੂੰ ਜਿਉਣ ਜੋਗਾ ਨਹੀਂ ਛੱਡਦੀ। ਸੋ ਉਸ ਚੀਜ਼ ਨੂੰ ਹੰਡਾਉਣਾ ਔਰ ਚੀਜ਼ ਦੇ ਪਲ ਪਲ ਮਰਕੀ ਖੁਦ ਨੂੰ ਤਿੜਕਣਾ ਜਿਹੜਾ ਹੈਗਾ ਉਹ ਬੜਾ ਤੰਗ ਕਰਦਾ। ਔਰ ਮੈਂ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਮੈਂ ਹੁਣ ਜਾਣਾ, ਮੈਂ ਪਹਿਲੀ ਵਾਰ ਜਾਣਾ ਹੈਗਾ ਆਪਣੇ ਫਾਦਰ ਦੇ ਮਰਨ ਤੋਂ ਬਾਅਦ। ਹੁਣ ਮੈਂ ਪਹਿਲੀ ਵਾਰ ਜਾਣਾ ਹੈਗਾ, ਮਈ ਦੇ ਵਿੱਚ ਜਾਵਾਂਗਾ। ਪਰ ਇੱਕ ਵੱਖਰਾ ਮਨ ਦਾ ਆਲਮ ਹੋਏਗਾ, ਵੱਖਰੀ ਇੱਕ ਉਦਾਸੀ ਵੀ ਹੋਏਗੀ, ਇੱਕ ਵੱਖਰਾ ਸਕੂਨ ਵੀ ਹੋਏਗਾ ਕਿ ਮੈਂ ਉਹਨਾਂ ਗਲੀਆਂ ਦੇ ਵਿੱਚ, ਉਹ ਪਿੰਡ ਵਿੱਚ ਜਾਂ ਉਸ ਘਰ ਦੇ ਵਿੱਚ ਜਾਂ ਉਸ ਆਲੇ ਦੁਆਲੇ ਦੇ ਵਿੱਚ ਜਾ ਕੇ ਬਾਪ ਦੀ ਯਾਦ ਨੂੰ ਜ਼ਰੂਰ ਮੈਂ ਯਾਦ ਕਰਾਂਗਾ, ਕਿਉਂਕਿ ਬਾਪ ਸਾਡੇ ਚੇਤਿਆਂ ਵਿੱਚ ਹਮੇਸ਼ਾ ਵਸਦਾ ਹੈ। ਉਹ ਕਿਤੇ ਵੀ ਸਾਡੇ ਤੋਂ ਮਨਫੀ ਨਹੀਂ ਹੁੰਦਾ, ਉਹ ਹਮੇਸ਼ਾ ਤੁਰ ਜਾਣ ਤੋਂ ਬਾਅਦ ਵੀ ਉਹ ਸਾਡੇ ਵਿੱਚ ਰਹਿੰਦਾ ਹੈਗਾ ਜੀ। ਇਹ ਗੱਲ ਹੈ ਜੀ, ਬਹੁਤ ਜੀ ਕਰਦਾ ਹੈ ਤੁਹਾਡਾ ਪਲ ਪਲ ਆਪਣੇ ਬੀਤੇ ਵੱਲ ਪਰਤਣ ਨੂੰ। ਹੁਣ ਮੈਂ ਜਾਣਾ, ਮੈਂ ਆਪਣਾ ਪੁਰਾਣਾ ਘਰ ਜਿਹੜਾ ਹੈ ਭਾਵੇਂ ਅਸੀਂ ਵੇਚ ਦਿੱਤਾ, ਮੈਂ ਉਹ ਜਿਹੜਾ ਚੁਬਾਰਾ ਜਿੱਥੇ ਬਹਿ ਕੇ ਮੈਂ ਪੜ੍ਹਦਾ ਹੁੰਦਾ ਸੀ, ਜਿਹੜੀਆਂ ਉਦੋਂ ਖਿੜਕੀਆਂ ਵੀ ਨਹੀਂ ਸੀ ਹੁੰਦੀਆਂ, ਮੈਂ ਦੇਖ ਕੇ ਆਉਣਾ ਕਚਵਾਰਾ ਕਿ ਯਾਰ ਮੈਂ ਇੱਥੇ ਬਹਿ ਕੇ ਪੜ੍ਹਦਾ ਹੁੰਦਾ ਸੀ, ਇਹ ਮੇਰਾ ਪੁਰਾਣਾ ਘਰ ਹੁੰਦਾ ਸੀ। ਉੱਥੇ ਹੁਣ ਹੋ ਰਹਿੰਦੇ ਨੇ, ਪਰ ਮੈਂ ਜ਼ਰੂਰ ਜਾ ਕੇ ਦੇਖਦਾ ਯਾਰ, ਮੈਨੂੰ ਚੰਗਾ ਲੱਗਦਾ ਹੈਗਾ ਕਿ ਮੈਨੂੰ ਉਹ ਬੀਤਿਆ ਹੋਇਆ ਯਾਦ ਹੈਗਾ। ਮੈਂ ਕਿਤੇ ਉਦਾਸੀ ਮਨ ਦੇ ਵਿੱਚ, ਕਿਤੇ ਉਦਾਸੀ ਆਉਂਦੀ ਹੈ ਤੇ ਕਿਤੇ ਥੋੜਾ ਜਿਹਾ ਮਨ ਪ੍ਰਸੰਨ ਹੁੰਦਾ, ਜਿੱਦਾਂ ਤੁਸੀਂ ਆਪਦੇ ਘਰੇ ਜਾ ਕੇ ਵੀ ਦੇਖਦੇ। ਹਾਲਾਂਕਿ ਮਾਂ-ਬਾਪ ਉੱਥੇ ਨਹੀਂ ਹੁੰਦੇ ਉਸ ਵਕਤ, ਪਰ ਇੱਕ ਉਦਾਸੀ ਹੁੰਦੀ ਹੈ ਕਿ ਮਾਂ-ਬਾਪ ਨਹੀਂ ਹੈ, ਆਲਾ ਦੁਆਲਾ ਉਹ ਨਹੀਂ ਹੈ, ਪਰ ਇੱਕ ਸਕੂਨ ਹੁੰਦਾ ਕਿ ਮੈਂ ਇੱਕ ਸਿਕਿਉਰ ਚਾਰਦੀਵਾਰੀ ਦੇ ਵਿੱਚ ਹਾਂ, ਇੱਥੇ ਮੇਰਾ ਬਚਪਨ ਬੀਤਿਆ ਸੀਗਾ, ਇਹ ਮੇਰਾ ਆਲਣਾ ਹੈ। ਇਹ ਇੱਕ ਹਿਊਮਨ ਬ੍ਰੇਨ ਦੀ ਇੱਕ ਤੜਛਣਾ ਹੁੰਦੀ ਜਿਹੜੀ ਉੱਥੇ। ਡਾਕਟਰ ਸਾਹਿਬ, ਲਾਸਟ ਦੇ ਵਿੱਚ 1-2 ਮਿੰਟ, ਹਾਲਾਂਕਿ ਜਿਹੜਾ ਤੁਹਾਡੀ ਉਹ ਹੈਗੀ ਆ ਰਚਨਾ ਲੋਏ ਲੋਏ, ਮੈਂ ਉੱਤੇ ਵੀ ਗੱਲ ਕਰਨੀ ਸੀਗੀ, ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਦਰਸ਼ਕ ਜਾਣਨਾ ਚਾਹੁੰਦੇ ਸੰਖੇਪ ਦੇ ਵਰਡਾਂ ਦੇ ਵਿੱਚ, ਤੁਸੀਂ ਫਿਜ਼ਿਕਸ ਦੇ ਟੀਚਰ ਹੋ, ਫਿਜ਼ਿਕਸ ਪੜ੍ਹਾਉਂਦੇ ਹੋ ਯੂਨੀਵਰਸਿਟੀ, ਪਰ ਸਾਈਕੋਲੋਜੀਕਲ ਇੰਨੇ ਤੁਸੀਂ ਜਿਹੜੇ ਹੈਗੇ ਆ ਸਾਈਕੈਟਰਿਸਟ ਬਣ ਸਕਦੇ ਸੀਗੇ, ਇੰਨੇ ਤੁਸੀਂ ਜਿਹੜੇ ਹਿਊਮਨ ਬ੍ਰੇਨ ਜਾਂ ਬਿਹੇਵੀਅਰ ਦੇ ਉੱਤੇ ਤੁਸੀਂ ਲਿਖਦੇ ਹੋ ਗੱਲਾਂ ਜਾਂ ਉਸ ਰੋਸ਼ਨ ਦਿਮਾਗ ਨਾਲ ਸੋਚਦੇ ਹੋ, ਤੇ ਤੁਸੀਂ ਉੱਧਰ ਕਿਉਂ ਨਹੀਂ ਗਏ? ਇਹ ਬੈਲੈਂਸ ਕਿੱਦਾਂ ਕਰਦੇ ਹੋ ਤੁਸੀਂ ਲਾਸਟ ਦੇ ਵਿੱਚ? ਤੁਹਾਡਾ ਕੁਐਸਚਨ ਤਾਂ ਬਹੁਤ ਵਧੀਆ ਹੈ। ਐਕਚੁਅਲੀ ਮੈਂ ਜਿਹੜਾ ਨਾ ਜੀ, ਜਦੋਂ ਪੜ੍ਹਦਾ ਮਰਕੀ ਮੈਂ, ਭਾਵੇਂ ਮੇਰਾ ਸਬਜੈਕਟ ਤਾਂ ਫਿਜ਼ਿਕਸ ਹੈ ਜੀ, ਕਿਉਂਕਿ ਮੈਂ ਮੁੱਢ ਤੋਂ ਹੀ ਮੈਨੂੰ ਇਹ ਸੀਗਾ ਕਿ ਮੈਂ ਸਾਇੰਸ ਪੜ੍ਹਨੀ ਹੈ, ਮੈਂ ਫਿਜ਼ਿਕਸ ਪੜ੍ਹਨੀ ਹੈ, ਮੇਰਾ ਲਿਟਰੇਚਰ ਨਾਲ ਸ਼ੌਕ ਸੀਗਾ। ਪਰ ਹੁਣ ਮੇਰਾ ਥੋੜ੍ਹਾ ਜ਼ਿਆਦਾ ਨਾ, ਮੈਂ ਆਪਣੇ ਕਿਉਂਕਿ ਮੇਰੇ ਜਿਹੜੇ ਸਟੂਡੈਂਟ ਹੈ ਸਾਰੇ ਵਾਈਟ ਨੇ, ਮੋਸਟ ਆਫ ਦੀ ਸਟੂਡੈਂਟ, ਮੈਂ ਉਹਨਾਂ ਦੀ ਸਾਈਕੀ ਪੜ੍ਹਦਾ ਕਿਉਂਕਿ ਇਹਨਾਂ ਦੀ ਸਾਈਕੀ ਸਾਡੇ ਪੁਰਾਣੇ ਜਿਹੜੇ ਸਟੂਡੈਂਟ ਜਿਹੜੇ ਮੈਂ ਕਪੂਰਥਲੇ ਪੜ੍ਹਾਏ ਹੋਏ ਨੇ ਜਾਂ ਪੰਜਾਬ 'ਚ ਪੜ੍ਹਾਏ ਹੋਏ ਨੇ, ਉਹਨਾਂ ਦਾ ਟੋਟਲ ਡਿਫਰੈਂਟ ਹੈ। ਸੋ ਇਹ ਬੈਲੈਂਸ ਜਿਹੜਾ ਨਹੀਂ, ਇਹ ਕੁਦਰਤੀ ਹੈ, ਮੈਂ ਇਹਦੇ ਵਿੱਚ ਮੇਰਾ ਕੋਈ ਬੜਾ ਰੋਲ ਹੈ ਨਹੀਂ ਗਾ। ਇਹ ਆ ਕਿ ਮੈਂ ਆਪਣੇ ਫਿਜ਼ਿਕਸ ਪੜ੍ਹਾਉਂਦਿਆਂ ਹੋਇਆਂ ਵੀ ਮੇਰੇ ਦੇ ਵਿੱਚ ਮਨ ਦੇ ਵਿੱਚ ਜਿਹੜਾ ਹੈਗਾ ਲੇਖਕ ਉਹ ਵਸਦਾ ਹੈ। ਕਈ ਵਾਰ ਮੈਂ ਕਲਾਸ ਵਿੱਚ ਪੜ੍ਹਾਉਂਦਿਆਂ ਵੀ ਮੈਂ ਉਹ ਗੱਲਾਂ ਬਾਤਾਂ ਕਰਨ ਲੱਗ ਪੈਂਦਾ ਹੈਗਾ ਕਿ ਤੁਸੀਂ ਡ੍ਰੀਮ ਲਓ। ਮਤਲਬ ਕਿ ਮੈਂ ਇੱਕ ਦਿਨ ਗੱਲ ਉਹਨਾਂ ਨਾਲ ਕਰ ਰਿਹਾ ਸੀ ਕਿ ਯੂ ਸ਼ੁੱਡ ਫਾਲੋ 4 D, ਡ੍ਰੀਮ ਲਓ, then decide, dedication, determination, and that will deliver the results. That will deliver the result. Very nice, Dr. Saab. ਹਵਾ ਹੱਥ ਜੋੜਦੀ ਹੈ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ ਥਾਟ ਪ੍ਰੋਸੈਸ ਹੈ ਨਾ, ਇਹ ਕੁਦਰਤ ਵੀ ਥੋੜੀ ਮਿਹਰਬਾਨ ਹੋਵੇ ਤਾਂ ਬੰਦਾ ਉੱਚ ਜਾਂਦਾ ਹੈ। ਮੇਰੇ ਵਰਗਾ ਕੋਸ਼ਿਸ਼ ਕਰਦਾ, ਰੈਗੂਲਰ ਕੰਮ ਧੰਦਿਆਂ ਤੋਂ ਹਟ ਕੇ ਸੋਚਣ ਦੀ ਕੋਸ਼ਿਸ਼ ਕਰਦੇ ਕਿ ਮੈਂ ਉਹਦੇ ਵਿੱਚ ਰਹਿਣਾ, ਉਹਦੇ ਵਿੱਚ ਜਾ ਕੇ ਆਹ ਕਰਨਾ, ਬੈਸਟ ਕਰਕੇ ਫਿਰ ਆਹ ਕਰਨਾ। ਪਰ ਕਈ ਵਾਰੀ ਦੂਜੇ ਤੁਹਾਡੇ ਨਾਲ ਦੇ ਕਹਿੰਦੇ ਵੀ ਨਹੀਂ, ਇਹ ਤਾਂ ਐਵੇਂ ਹੈ, ਐਵੇਂ ਸੋਚਦਾ, ਜ਼ਿਆਦਾ ਸੋਚਦਾ, ਡਿਪਰੈਸ਼ਨ ਜਾਂ ਗਈ ਹੈ, ਉਹ ਬਾਅਦ ਦੀਆਂ ਗੱਲਾਂ ਨੇ। ਆਪਾਂ ਫਿਰ ਕਿਸ ਦਿਨ ਤੁਹਾਡਾ ਲੋਏ ਲੋਏ ਵਾਲਾ ਜਾਂ ਹਵਾ ਹੱਥ ਜੋੜਤੀ 'ਤੇ ਵੀ ਗੱਲ ਕਰਾਂਗੇ, ਅਤੇ ਹੋਰ 1-2 ਵਿਸ਼ੇ ਜਿਹੜੇ ਮੈਂ ਚਾਹੁੰਦਾ ਦਰਸ਼ਕਾਂ ਦੇ ਰੂਬਰੂ ਤੁਹਾਨੂੰ ਕਰਵਾਇਆ ਜਾਵੇ, ਤੁਹਾਡੇ ਵਿਚਾਰ ਲਏ ਜਾਣ, ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਆਪਾਂ ਫਿਰ ਕਿਸ ਦਿਨ ਸੈਸ਼ਨ ਲਾਵਾਂਗੇ। ਤੁਸੀਂ ਡਾਕਟਰ ਸਾਹਿਬ ਅੱਜ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਰਦਾਸ ਕਰਦੇ ਹਾਂ ਤੁਸੀਂ ਸਦਾ ਚੜ੍ਹਦੀਆਂ ਕਲਾਂ 'ਚ ਰਹੋ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਹਾਂਜੀ, ਔਰ ਜਸ ਪੰਜਾਬੀ ਦੇ ਸਮੂਹ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਇੰਨੀ ਮੁਹੱਬਤ ਕਰਦੇ ਨੇ ਕਿ ਮੈਨੂੰ ਉਹਨਾਂ ਨੇ ਤੁਸੀਂ ਸਮਾਂ ਦਿੱਤਾ ਤਾਂ ਕਿ ਮੈਂ ਉਹਨਾਂ ਦੇ ਰੂਬਰੂ ਹੋ ਸਕਾਂ।
ਮੇਰਾ ਨਿਮਾਣਾ ਜਿਹਾ ਯਤਨ ਹੈ ਕਿ ਮੈਂ ਪੰਜਾਬੀ ਅਦਬ ਦੇ ਰਾਹੀਂ ਜਿੰਨੀ ਕੁ ਥੋੜ੍ਹੀ ਬਹੁਤੀ ਸੇਵਾ ਕਰ ਸਕਾਂ ਉਹ ਕਰਦਾ ਰਹਾਂ। ਇਹ ਹਰਫਾਂ ਦੀ ਅਨਾਇਤ ਹੈ, ਇਹ ਹਰਫਾਂ ਦੀ ਸ਼ਬਦਾਂ ਦੀ ਦਰਗਾਹ ਵਿੱਚ ਮੈਂ ਅਕਸਰ ਹੀ ਜਾਂਦਾ ਹਾਂ ਤੇ ਇਹ ਸ਼ਬਦ ਮੈਨੂੰ ਬੜਾ ਇੱਜ਼ਤ ਮਾਣ ਤੇ ਸਰੋਕਾਰ ਬਖਸ਼ਦੇ ਨੇ। ਇਹ ਸ਼ਬਦ ਇਸ ਤਰ੍ਹਾਂ ਹੀ ਮੈਨੂੰ ਅਰਪਿਤ ਹੁੰਦੇ ਰਹਿਣ ਔਰ ਸ਼ਬਦਾਂ ਵਿੱਚੋਂ ਮੈਂ ਆਪਣੇ ਆਪ ਨੂੰ ਵਿਸਤਾਰਤ ਕਰਦਾ ਰਹਾਂ। ਇਹ ਦੁਆ ਜ਼ਰੂਰ ਤੁਸੀਂ ਸਾਰਿਆਂ ਨੇ ਕਰਨੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਡਾਕਟਰ ਸਾਹਿਬ, ਸ਼ੁਕਰੀਆ। ਦਰਸ਼ਕੋ, ਇਹ ਸਨ ਡਾਕਟਰ ਗੁਰਬਖਸ਼ ਸਿੰਘ ਪੰਡਾਲ ਜਿਹੜੇ ਕਿ ਕਲੀਵਲੈਂਡ ਯੂਨੀਵਰਸਿਟੀ ਓਹਾਇਓ ਦੇ ਵਿੱਚ ਨੇ। ਬਹੁਤ ਸੋਹਣੇ ਵਿਚਾਰ ਦਿੱਤੇ, ਬਹੁਤ ਸੋਹਣਾ ਐਲੈਬੋਰੇਸ਼ਨ ਦਿੱਤਾ ਹਰ ਚੀਜ਼ 'ਤੇ। ਇਹਨਾਂ ਨੂੰ ਫਿਰ ਤੁਹਾਡੇ ਰੂਬਰੂ ਕਰਾਂਗੇ। ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਹੀ ਸੀ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।